ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸਮੈ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਲ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮਰੇ ਤਨ ਤਿਆਗਨ ਮਹਿ ਐਸੇ, ਕਾਰਨ ਅਨਿਕ ਜਾਨੀਐ ਤੈਸੇ। ਸਮਾਂ ਸੋ ਪਹੁੰਚਿਓ ਲਖ ਚਿਤ ਰਾਚੇ, ਕਰਿਓ ਚਾਹੈ ਹਮ ਸਭ ਕੋ ਸਾਚੇ। ਹਮਰੇ ਤਨ ਤਿਆਗਨ ਮਹਿ ਐਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਭਗਤੀ ਦੀ ਮੂਰਤ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਿਛਲੇ ਸਮੇਂ ਦੌਰਾਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜ ਗੁਰਸਿੱਖਾਂ ਦੇ ਸਮੇਤ ਭਾਈ ਬਿਧੀ ਚੰਦ ਜੀ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ
ਸਤਿਗੁਰੂ ਪਾਤਸ਼ਾਹ ਜੀ ਲਾਹੌਰ ਵਿਖੇ ਪਹੁੰਚਦੇ ਹਨ। ਲਾਹੌਰ ਜਹਾਂਗੀਰ ਦੇ ਪਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਰਬ ਸਾਂਝਾ ਜੋ ਉਪਦੇਸ਼ ਸੀ ਸ਼ਬਦ ਰੂਪ ਦੇ ਵਿੱਚ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ, ਇਹ ਸ਼ਬਦ ਉਚਾਰਨ ਕੀਤਾ। ਪਰ ਜੋ ਇਹ ਮਤਸਵ ਦੇ ਭਰੇ ਹੋਏ ਲੋਕ ਸਨ, ਇਹਨਾਂ ਨੇ ਇੱਕ ਬਹਾਨਾ ਬਣਾ ਕੇ ਗੁਰਸਿੱਖੀ ਨੂੰ ਕੁਚਲਣ ਵਾਸਤੇ, ਸਿੱਖੀ ਸਿਧਾਂਤਾਂ ਨੂੰ ਕੁਚਲਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਹਾਂਗੀਰ ਨੇ ਚੰਦੂ ਦੇ ਹਵਾਲੇ ਕੀਤਾ। ਦੇਖੋ ਸਾਧ ਸੰਗਤ ਜੀ, ਜੋ ਪਿਛਲੇ ਸਮੇਂ ਦੌਰਾਨ ਘੱਲੂਘਾਰਾ ਵਾਪਰਿਆ 6 ਜੂਨ ਨੂੰ, ਉਸ ਵਕਤ ਵੀ ਸਮੇਂ ਦੀ ਸਰਕਾਰ ਨੇ ਬਹਾਨਾ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ। ਕਿਉਂਕਿ ਆਪ ਜੀ ਨੂੰ ਪਤਾ ਹੋਵੇਗਾ, ਜਦ ਬੰਬੇ ਤਾਜ ਹੋਟਲ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਵੜ ਗਏ ਸਨ, ਉਹਨਾਂ ਨੇ ਤਾਜ ਹੋਟਲ ਨੂੰ ਢਾਹਿਆ ਨਹੀਂ, ਬਲਕਿ ਕੁਝ ਬੰਦੇ ਵਿੱਚ ਵਾੜ ਕੇ ਸਾਰਾ ਆਪਰੇਸ਼ਨ ਖਤਮ ਕਰ ਦਿੱਤਾ। ਪਰ ਇੱਧਰ ਇੱਕ ਬਹਾਨਾ ਬਣਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਬੇਰੀ ਦੇ ਕੋਲ ਹੀ 16 ਜਿਹੜੇ ਟੈਂਕ ਸਨ ਉਹ ਲਗਾਏ ਗਏ। ਸਮੇਂ ਦੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ। ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਇੱਕ ਪ੍ਰਕਾਰ ਦੇ ਨਾਲ ਤਸੱਲੀ ਕਰਵਾ ਦਿੱਤੀ ਸੀ, ਪਰ ਫਿਰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਚੰਦੂ ਦੇ ਹਵਾਲੇ ਕੀਤਾ। ਚੰਦੂ ਸਤਿਗੁਰੂ ਜੀ ਨੂੰ ਗੁਰਸਿੱਖਾਂ ਨੂੰ ਆਪਣੀ ਹਵੇਲੀ ਦੇ ਵਿੱਚ ਲੈ ਗਿਆ। ਤਰ੍ਹਾਂ ਤਰ੍ਹਾਂ ਦੇ ਤਸੀਹੇ ਜਿਹੜੇ ਸਨ ਉਹ ਦੇਣੇ ਸ਼ੁਰੂ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਰਿ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਦੇ ਮਹਾਂਵਾਕਾਂ ਅਨੁਸਾਰ। ਸ਼ਾਂਤ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਤਸੀਹੇ ਜਿਹੜੇ ਸਨ ਉਹ ਆਪਣੇ ਸਰੀਰ ਦੇ ਉੱਪਰ ਝੱਲਣਾ ਕੀਤੇ। ਤੱਤੀ ਰੇਤ ਦੇ ਵਿੱਚ ਬਿਠਾਇਆ ਗਿਆ, ਸੀਸ ਦੇ ਉੱਪਰ ਤੱਤੀ ਰੇਤਾ ਪਾਈ ਗਈ। ਐਸੇ ਅਜੀਬੋ ਗਰੀਬ ਕੌਤਕ ਨੂੰ ਦੇਖ ਕੇ ਦੇਖਣ ਵਾਸਤੇ ਅਰਸ਼ਾਂ ਕੁਰਸ਼ਾਂ ਤੋਂ ਜਿਹੜੇ ਮਹਾਨ ਪਵਿੱਤਰ ਆਤਮਾਵਾਂ ਸਨ, ਦੇਵਤੇ, ਫਰਿਸ਼ਤੇ, ਜੋਗੀ, ਸਿੱਧ ਆਦਿਕ ਜਿਹੜੇ ਸਨ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚ ਰਹੇ ਹਨ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਿਹੜੇ 84 ਸਿੱਧ ਸਨ ਉਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਏ। ਉਹਨਾਂ ਨੇ ਆ ਕੇ ਆਦੇਸ਼ ਕੀਤਾ ਔਰ ਆਖਣ ਲੱਗੇ ਵੀ ਇੰਨਾ ਦੁੱਖ ਜਿਹੜਾ ਹੈ ਕਿਉਂ ਤੁਸੀਂ ਝੱਲ ਰਹੇ ਹੋ? ਤੁਸੀਂ ਤਾਂ ਅੱਖ ਫਰਕਣ ਦੇ ਸਮੇਂ ਦੇ ਵਿੱਚ ਹੀ ਸੰਸਾਰ ਨੂੰ ਬਣਾ ਸਕਦੇ ਹੋ, ਮਿਟਾ ਸਕਦੇ ਹੋ, ਤੁਹਾਡੇ ਵਿੱਚ ਐਸੀ ਸਮਰੱਥਾ ਹੈ। ਹਰਨ ਭਰਨ ਜਾ ਕਾ ਮੰਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਵੀ ਇਹ ਸਾਡੀ ਕੋਈ ਅਗੰਮੀ ਖੇਡ ਹੈ, ਤੁਸੀਂ ਇਸ ਖੇਡ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੋ।
ਇਸ ਤਰ੍ਹਾਂ ਜਿਹੜੇ ਸਿੱਧ ਸਨ ਉਹ ਵੀ ਵਾਪਸ ਗਏ, ਜਿਹੜੇ ਜੋਗੀ ਹਨ ਉਹ ਵੀ ਆਏ ਹਨ, ਉਹਨਾਂ ਨੇ ਵੀ ਦਰਸ਼ਨ ਦੀਦਾਰ ਕੀਤੇ। ਦੇਵਤੇ ਆਏ, ਫਰਿਸ਼ਤੇ ਆਏ, ਉਹਨਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਦੇ ਹਜ਼ੂਰ ਪ੍ਰਤੱਖ ਰੂਪ ਦੇ ਵਿੱਚ ਸਾਈਂ ਮੀਆਂ ਮੀਰ ਜੀ ਵੀ ਆਏ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਵੀ ਸਾਈਂ ਜੀ ਤੁਸੀਂ ਕਦੇ ਇਹਨਾਂ ਪੰਕਤੀਆਂ ਦੇ ਅਰਥ ਪੁੱਛੇ ਸਨ? ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਹੁਣ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਪੰਕਤੀਆਂ ਦੇ ਅਰਥ ਕਰ ਰਹੇ ਹਾਂ, ਕਿਉਂਕਿ ਸਾਧ ਸੰਗਤ ਜੀ ਇੱਕ ਥਿਊਰੀ ਹੁੰਦੀ ਹੈ, ਇੱਕ ਪ੍ਰੈਕਟੀਕਲ ਹੁੰਦਾ ਹੈ। ਆਖਣ ਲੱਗੇ ਇਹਨਾਂ ਪੰਕਤੀਆਂ ਦੇ ਅਸੀਂ ਹੁਣ ਪ੍ਰਤੱਖ ਰੂਪ ਦੇ ਵਿੱਚ, ਪ੍ਰੈਕਟੀਕਲ ਰੂਪ ਦੇ ਵਿੱਚ ਅਰਥ ਕਰਕੇ ਤੁਹਾਨੂੰ ਵਿਖਾਲ ਰਹੇ ਹਾਂ। ਇੱਕ ਪੂਰਨ ਪੁਰਸ਼ ਦੀ ਕੀ ਅਵਸਥਾ ਹੈ? ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਵਸੁਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਹਨ ਉਹਨਾਂ ਨੂੰ ਸਹਾਰ ਰਹੇ ਹਨ। ਇੱਥੋਂ ਤੱਕ ਆਪ ਜੀ ਨੇ ਕੱਲ੍ਹ ਦੇ ਸਮੇਂ ਦੇ ਵਿੱਚ ਸਰਵਣ ਕੀਤਾ ਸੀ। ਇਸ ਤੋਂ ਅੱਗੇ ਜਿਵੇਂ ਜਿਵੇਂ ਕਥਾ ਆ ਰਹੀ ਹੈ, ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮਰੇ ਤਨ ਤਿਆਗਣ ਮਹਿ ਐਸੇ। ਬੜੀਆਂ ਕਰਾਮਾਤਾਂ ਵਾਲੇ ਜਿਹੜੇ ਪੀਰ ਸਨ ਉਹ ਮਹਾਰਾਜ ਜੀ ਦੇ ਜਦ ਹਜ਼ੂਰੀ ਦੇ ਵਿੱਚ ਆਏ, ਗੁਪਤ ਰੂਪ ਦੇ ਵਿੱਚ ਜਿਹੜੇ ਹੋਰ ਸਿਪਾਹੀ ਆਦਿਕ ਸਨ ਉਹ ਮੂਰਛਿਤ ਹੋ ਗਏ, ਉਹਨਾਂ ਨੂੰ ਕੁਝ ਵੀ ਪਤਾ ਨਹੀਂ ਚੱਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਹਨ ਕਿ ਸਾਡੇ ਸਰੀਰ ਤਿਆਗਣ ਦੇ ਵਿੱਚ ਕਈ ਪ੍ਰਕਾਰ ਦੇ ਕਾਰਨ ਹਨ। ਕਾਰਨ ਅਨੇਕ ਜਾਣੀਐ ਤੈਸੀ। ਇਹ ਕੁਰਬਾਨੀ ਦੇ ਨਾਲ ਬਹੁਤ ਵੱਡੀ ਜਗਤ ਦੇ ਵਿੱਚ ਕ੍ਰਾਂਤੀ ਆਵੇਗੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਉਤਰੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਇਹ ਕੁਰਬਾਨੀ ਜਿਹੜੀ ਹੈ ਅਜਾਈ ਨਹੀਂ ਜਾਵੇਗੀ, ਬਹੁਤ ਵੱਡੀ ਇਸ ਦੇ ਨਾਲ ਕ੍ਰਾਂਤੀ ਆਵੇਗੀ। ਸਮਾਂ ਸੋ ਪਹੁੰਚਿਓ ਲੱਖ ਚਿਤ ਰਾਚੇ। ਇਸ ਤਰ੍ਹਾਂ ਉਹ ਜਿਹੜਾ ਸਮਾਂ ਹੈ ਨਾ ਨਜ਼ਦੀਕ ਜਾਣਦਿਆਂ ਹੋਇਆਂ ਕਰਿਓ ਚਾਹੇ ਹਮ ਸਭ ਕੋ ਸਾਚੇ। ਅਸੀਂ ਇਹ ਸਾਰਾ ਕੁਝ ਸੱਚ ਕਰਕੇ ਵਿਖਾਉਣਾ ਚਾਹੁੰਦੇ ਹਾਂ। ਆਪ ਆਪਣੇ ਥਾਨ ਸਿਧਾਵੋ। ਇਸ ਕਰਕੇ ਤੁਸੀਂ ਆਪਣੀਆਂ ਆਪਣੀਆਂ ਪੁਰੀਆਂ ਦੇ ਵਿੱਚ ਚਲੇ ਜਾਓ। ਹਮਰੀ ਖੇਲ ਵਿੱਚ ਨਹਿ ਆਵੋ। ਸਾਡੀ ਖੇਡ ਦੇ ਵਿੱਚ ਤੁਸੀਂ ਨਾ ਆਉਣਾ ਕਰੋ। ਸੁਨਤ ਧਾਨਿ ਕਹਿ ਕਰ ਸਭ ਗਏ। ਇਹ ਜਿਹੜੇ ਪੀਰ ਸਨ ਕਰਾਮਾਤਾਂ ਵਾਲੇ ਗੁਪਤ ਰੂਪ ਦੇ ਵਿੱਚ ਜਿਹੜੇ ਆਏ ਸਨ, ਇਹਨਾਂ ਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਧੰਨ ਧੰਨ ਆਖਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਇਸ ਤਰ੍ਹਾਂ ਆਖਦਿਆਂ ਹੋਇਆਂ ਇਹ ਵਾਪਸ ਗਏ। ਸਵਾਦਾਨ ਚਾਕਰ ਸਭ ਭਏ। ਜਿਹੜੇ
ਸਿਪਾਹੀ ਸਨ ਉਹ ਵੀ ਫਿਰ ਇੰਨੇ ਸਮੇਂ ਨੂੰ ਸਾਵਧਾਨ ਹੋ ਗਏ। ਕਹੈ ਪਰਸ ਪਰ ਸੁਪਤੇ ਸਾਰੇ, ਆਪਸ ਦੇ ਵਿੱਚ ਗੱਲਾਂ ਕਰਦੇ ਹਨ ਵੀ ਸਾਨੂੰ ਪਤਾ ਹੀ ਨਹੀਂ ਚੱਲਿਆ, ਅਸੀਂ ਸਾਰੇ ਹੀ ਸੌਂ ਗਏ। ਚਲੇ ਜਾਤ ਲਖ ਚੰਦੂ ਮਾਰੇ, ਇਸ ਤਰ੍ਹਾਂ ਜਾਣ ਕੇ ਜੇ ਚੰਦੂ ਨੂੰ ਪਤਾ ਚੱਲ ਗਿਆ ਨਾ, ਉਹ ਸਾਨੂੰ ਬਹੁਤ ਤਾੜਨਾ ਕਰੇਗਾ, ਮਾਰੇਗਾ। ਗਹਿ ਅਸ ਢਾਲ ਭਏ ਸਵਦਾਨੂ, ਕਿਰਪਾਨਾਂ ਢਾਲਾਂ ਪਕੜ ਕੇ ਫਿਰ ਇਹ ਸਾਵਧਾਨ ਹੋ ਗਏ। ਇਕ ਆਸਨ ਗੁਰ ਥਿਰੇ ਸਥਾਨੂ, ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਹੀ ਆਪਣੇ ਆਸਨ ਤੇ ਬਿਰਾਜਮਾਨ ਸਨ। ਕਿਉਂਕਿ ਇਹ ਜੋ ਸੂਖਸ਼ਮ ਆਤਮਾਵਾਂ ਹਨ, ਸੂਖਸ਼ਮ ਪਵਿੱਤਰ ਆਤਮਾਵਾਂ ਹਨ, ਇਹ ਸਧਾਰਨ ਵਿਅਕਤੀਆਂ ਨੂੰ ਦਿਖਾਈ ਨਹੀਂ ਦੇ ਸਕਦੀਆਂ ਹਨ। ਉਹਨਾਂ ਨੂੰ ਹੀ ਦਿਖਾਈ ਦੇ ਸਕਦੀਆਂ ਹਨ ਜਿਨ੍ਹਾਂ ਦੇ ਪਾਸ ਦਿਵ ਦ੍ਰਿਸ਼ਟੀ ਹੋਵੇ। ਆਖਣ ਲੱਗੇ ਆਪਾਂ ਨੂੰ ਪਤਾ ਹੀ ਨਹੀਂ ਚੱਲਿਆ ਇੱਥੇ ਕੀ ਕੁਝ ਵਾਪਰਿਆ, ਸੀ ਤਾਂ ਸਾਰੇ ਹੀ ਸੌਂ ਗਏ। ਸਕਲ ਜਾਮਨੀ ਗਈ ਬਿਹਾਏ, ਸਾਰੀ ਰਾਤ ਜਿਹੜੀ ਸੀ ਬਤੀਤ ਹੋ ਗਈ। ਦਿਵਸ ਚੜੇ ਉਠ ਪਾਪੀ ਆਏ, ਦਿਨ ਚੜੇ ਜਿਹੜਾ ਚੰਦੂ ਪਾਪੀ ਸੀ ਉਹ ਆ ਗਿਆ। ਹਿਰਦੇ ਵਿਚਾਰੇ ਵੱਡ ਹਠਵੰਤਾ, ਬੜਾ ਹੱਠ ਵਾਲਾ, ਬੜਾ ਹੰਕਾਰੀ ਬੰਦਾ ਜਿਹੜਾ ਸੀ ਆਪਣੇ ਮਨ ਦੇ ਵਿੱਚ ਵਿਚਾਰਦਾ ਹੈ, ਇਤੇ ਕਸ਼ਟ ਤੇ ਨਹੀਂ ਬੁਲੰਤਾ। ਮੈਂ ਇੰਨੇ ਇਹਨਾਂ ਨੂੰ ਕਸ਼ਟ ਦਿੱਤੇ ਹਨ, ਇਹ ਅੱਗੋਂ ਕੋਈ ਜਵਾਬ ਨਹੀਂ ਦਿੰਦੇ ਹਨ। ਭੈ ਕਰ ਨਾਤਾ ਨਾਹਿਨ ਮਾਨਹਿ, ਨਾ ਹੀ ਡਰ ਦੇ ਨਾਲ ਮੇਰੀ ਪੁੱਤਰੀ ਦਾ ਰਿਸ਼ਤਾ ਹੀ ਲੈਂਦੇ ਹਨ। ਬਿਨਾ ਤਰਾਸ ਤੇ ਬਾਕ ਬਖਾਨਹਿ, ਔਰ ਬਿਨਾ ਡਰ ਤੋਂ ਭੈ ਤੋਂ ਰਹਿਤ ਹੋ ਕੇ ਵਚਨ ਕਰਦੇ ਹਨ। ਬਾਰ ਬਾਰ ਬਾਰੀ ਬਹੁ ਬਾਰੂ, ਬਾਰੰਬਾਰ ਇਹ ਜੋ ਅੱਗ ਹੈ ਬਾਲਦਾ ਹੈ। ਅਤ ਤਪਤਾਏ ਥਿਰਿਓ ਮਝਾਰੂ, ਬਹੁਤ ਕਹਿੰਦੇ ਤਪਾ ਕਰਕੇ ਰੇਤਾ ਆਦਿਕ ਇਹ ਜਿਹੜਾ ਚੰਦੂ ਸੀ ਦੇਖਦਾ ਹੈ। ਪ੍ਰਾਨ ਜਾਨ ਲਗ ਹਠ ਪਹੁੰਚਾਵੇ, ਕਹਿੰਦੇ ਇਹਨਾਂ ਦੇ ਸਰੀਰ ਨੂੰ ਖਤਮ ਕਰਨ ਤੱਕ ਮੈਂ ਇਹ ਕਸ਼ਟ ਦਿਆਂਗਾ। ਨਹਿ ਤਿਆਗਉ ਮੈਂ ਜੀਅਤ ਜੇ ਆ ਜਾਵੇ, ਮੈਂ ਇਹਨਾਂ ਨੂੰ ਤਿਆਗਾਂ ਦਾ ਗਾ ਨਹੀਂ ਜੇਕਰ ਮੇਰੀ ਗੱਲ ਨਹੀਂ ਮੰਨਣਗੇ। ਆਜ ਤਪਤ ਕਰ ਲੋਹ ਵਿਸਾਲਾ, ਨਵੀਆਂ ਨਵੀਆਂ ਰੋਜ਼ ਸਕੀਮਾਂ ਘੜਦਾ ਹੈ ਵੀ ਅੱਜ ਮੈਂ ਲੋਹ ਨੂੰ ਤੱਤੀ ਕਰਾਂਗਾ। ਖਰੇ ਕਰੋ ਬੋਲੇ ਤਿਸ ਕਾਲਾ, ਤੱਤੀ ਲੋਹ ਦੇ ਉੱਪਰ ਇਹਨਾਂ ਨੂੰ ਮੈਂ ਖੜਿਆ ਕਰਾਂਗਾ। ਇਮ ਪਾਪੀ ਨੇ ਹਿਰਦੇ ਵਿਚਾਰਾ, ਇਸ ਤਰ੍ਹਾਂ ਇਸ ਘੋਰ ਪਾਪੀ ਆਪਣੇ ਮਨ ਦੇ ਵਿੱਚ ਵਿਚਾਰ ਨਾ ਕੀਤਾ। ਨਾਤਾ ਦਿਓ ਕੇ ਕਰੋ ਸੰਘਾਰਾ, ਵੀ ਤੁਸੀਂ ਹੁਣ ਰਿਸ਼ਤਾ ਲਓਗੇ ਮੇਰੀ ਪੁੱਤਰੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕਿ ਮੈਂ ਤੁਹਾਨੂੰ ਖਤਮ ਕਰ ਦਿਆਂ। ਕਹਿ ਕਰ ਦੀਰਘ ਲੋਹ ਮੰਗਾਈ, ਇਸ ਤਰ੍ਹਾਂ ਕਹਿੰਦਿਆਂ ਹੋਇਆਂ ਵੱਡੀ ਸਾਰੀ ਲੋਹ ਜਿਹੜੀ ਸੀ ਮੰਗਾ ਲਈ। ਧਾਰੇ ਉਪਰ ਤਾਰੇ ਅਗਨ ਜਲਾਈ, ਉਹ ਰੱਖ ਕੇ ਹੇਠਾਂ ਬਹੁਤ ਭਾਰੀ ਅੱਗ ਬਾਲ ਦਿੱਤੀ। ਸਮ ਤਾਂਬੇ ਕੇ ਤਪਤ ਕਰਾਈ, ਤਾਂਬੇ ਦੀ ਤਰ੍ਹਾਂ ਲਾਲ ਕਰ ਦਿੱਤੀ ਹੈ। ਦੇਖ ਪਾਤ ਕੀ ਲਿਏ ਬੁਲਾਈ, ਇਸ ਤਰ੍ਹਾਂ ਪਾਪੀ ਜਿਹੜਾ ਸੀ ਦੇਖ ਕਰਕੇ ਇਸ ਪਰ ਖਰੇ ਹੋ ਤਪਸਾਹੋ। ਸਤਿਗੁਰੂ ਪਾਤਸ਼ਾਹ ਜੀ ਨੂੰ ਆਖਦਾ ਹੈ ਕਿ ਜਾਂ ਤਾਂ ਜੁਰਮਾਨਾ ਦਿਓ ਜਾਂ ਸਿੱਖੀ ਦਾ ਤਿਆਗ ਕਰੋ, ਮੇਰੀ ਪੁੱਤਰੀ ਦਾ ਰਿਸ਼ਤਾ ਲਓ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਜਾਂ ਫਿਰ ਇਹ ਕਸ਼ਟ ਜਿਹੜੇ ਹਨ ਸਹਾਰਨ ਵਾਸਤੇ ਤਿਆਰ ਹੋਵੋ, ਤਪਦੀ ਹੋਈ ਲੋਹ ਦੇ ਉੱਪਰ ਖਲੋਣਾ ਕਰੋ। ਨਾਹੀ ਤਾਂ ਨਾਤਾ ਲੈ ਬੈ ਚਾਹੋ, ਜਾਂ ਫਿਰ ਨਾਤਾ ਰਿਸ਼ਤਾ ਲੈ ਲਓ ਜੀ। ਗੁਰੂ ਨਾ ਉਤਰ ਦੀਨ ਸਕੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੋਈ ਅੱਗੋਂ ਉੱਤਰ ਨਹੀਂ ਦਿੰਦੇ ਹਨ। ਲੋਹ ਅਰੂਡਨ ਉਰ ਮਹਿ ਹੋਈ, ਮਨ ਦੇ ਵਿੱਚ ਹੀ ਤਿਆਰੀ ਕਰਦੇ ਹਨ ਵੀ ਹੁਣ ਲੋਹ ਦੇ ਉੱਪਰ ਤੱਤੀ ਹੋਈ ਤਪਦੀ ਹੋਈ ਲੋਹ ਦੇ ਉੱਪਰ ਖਲੋਣਾ ਹੈ। ਕਿਉਂਕਿ ਹਜ਼ੂਰ ਦਾ ਜਿਹੜਾ ਮਨ ਹੈ ਉਹ ਚੜ੍ਹਦੀਆਂ ਕਲਾ ਦੇ ਵਿੱਚ ਹੈ। ਔਰ ਕਹਿੰਦੇ ਜਿਹਦਾ ਮਨ ਮਜ਼ਬੂਤ ਹੁੰਦਾ ਹੈ ਉਹਦੇ ਤਨ ਨੂੰ ਕੋਈ ਡੁਲਾ ਨਹੀਂ ਸਕਦਾ ਹੈ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ।
ਸਤਿਗੁਰੂ ਪਾਤਸ਼ਾਹ ਜੀ ਮਾਨਸਿਕ ਤੌਰ ਤੇ ਲੋਹ ਦੇ ਉੱਪਰ ਖੜਨ ਵਾਸਤੇ ਤਿਆਰੀ ਕਰਦੇ ਹਨ। ਆਦ ਚੰਡਾਲ ਜੇ ਕਿਨਹੁ ਨਿਹਾਰੇ, ਹੋਰ ਜਿਹੜੇ ਚੰਡਾਲ ਆਦਿਕ ਦੇਖ ਰਹੇ ਸਨ, ਸਭ ਹੀ ਹਾਹਾਕਾਰ ਉਚਾਰੇ। ਇੰਨੇ ਤਸੀਹੇ ਇੰਨੇ ਕਸ਼ਟ ਦੇਖ ਕੇ ਜਿਹੜੇ ਚੰਡਾਲ ਸਨ ਉਹ ਵੀ ਹਾਹਾਕਾਰ ਕਰਦੇ ਹਨ। ਇਹ ਚੰਡਾਲਨ ਤੇ ਅਤ ਪਾਪੀ, ਕਹਿੰਦੇ ਅਸੀਂ ਆਪਣੇ ਆਪ ਨੂੰ ਪਾਪੀ ਸਮਝਦੇ ਸੀ, ਇਹ ਤਾਂ ਸਾਡੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਵੱਡਾ ਪਾਪੀ ਹੈ। ਇਹ ਤਾਂ ਚੰਡਾਲਾਂ ਦਾ ਵੀ ਮਹਾਂ ਚੰਡਾਲ ਹੈ। ਰਿਦੇ ਨ ਕਰੁਣਾ ਕੈਸੇ ਹੋ ਵਿਆਪੀ, ਇਹਦੇ ਮਨ ਦੇ ਵਿੱਚ ਤਾਂ ਰੰਚਕ ਮਾਤਰ ਵੀ ਕੋਈ ਕਰਨਾ ਨਹੀਂ ਹੈ। ਚੜੇ ਲੋਹ ਪਰ ਭੇਥਿਰ ਠਾਡੇ, ਹਜੂਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲੋਹ ਦੇ ਉੱਪਰ ਖਲੋ ਗਏ। ਦੇਖ ਦੇਖ ਸਿੱਖਨ ਬਹੁ ਦੁਖ ਬਾਡੇ, ਗੁਰਸਿੱਖ ਜਿਹੜੇ ਸਨ ਉਹਨਾਂ ਦਾ ਦੇਖ ਦੇਖ ਕੇ ਬਹੁਤ ਦੁਖੀ ਹੋ ਰਹੇ ਸਨ। ਜਿਹੜੇ ਪੰਜ ਗੁਰਸਿੱਖ ਸਤਿਗੁਰੂ ਜੀ ਦੇ ਨਾਲ ਹਨ, ਚਾਹੇ ਜਾਨ ਢਿਗ ਜਾਨ ਨਾ ਦੇਤੇ, ਇਹ ਚਾਹੁੰਦੇ ਹਨ ਵੀ ਅਸੀਂ ਸਤਿਗੁਰੂ ਜੀ ਨੂੰ ਨਾ ਇਸ ਤਰ੍ਹਾਂ ਦੇ ਕਸ਼ਟ ਸਹਾਰਨ ਦਈਏ। ਰਸ ਰਿਨ ਬਾਂਦੇ ਡਿੱਡ ਕਰ ਲੇਤੇ, ਇਹ ਮਹਾਰਾਜ ਜੀ ਦੇ ਪਾਸ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਨੂੰ ਹੋਰ ਕੱਸ ਕੇ ਰੱਸਿਆਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਅਗਨ ਵਿਪਰਜੈ ਸੀਲ ਕਰਿਓ ਹੈ, ਇਸ ਤਰ੍ਹਾਂ ਜਿਹੜੀ ਅੱਗ ਸੀ ਪੂਰੇ ਜੋਰਾਂ ਦੇ ਉੱਪਰ ਹੈ। ਡਰਤ ਗੁਰੂ ਤੇ ਤੇਜ ਹਰਿਓ ਹੈ, ਸਤਿਗੁਰੂ ਜੀ ਦੇ ਤੇਜ ਦੇ ਸਾਹਮਣੇ ਇਹਦਾ ਤੇਜ ਜਿਹੜਾ ਹੈ ਨਾ ਉਹ ਫਿੱਕਾ ਪੈ ਗਿਆ ਹੈ। ਸਤਿਗੁਰੂ ਜੀ ਨੂੰ ਇਹ ਜਿਹੜੀ ਅੱਗ ਹੈ ਡੁਲਾ ਨਹੀਂ ਸਕੀ ਹੈ। ਸਤਿਗੁਰੂ ਪਾਤਸ਼ਾਹ ਜੀ ਅਡੋਲ ਹਨ, ਅਡੋਲਤਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਹੈ। ਤਉ ਗੁਰੂ ਪਗ ਤਰਵਾ ਜਾਰੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਛਾਲੇ ਸਨ ਪੈ ਗਏ। ਚਰਨ ਜਿਹੜੇ ਸਨ ਉਹ ਜੋ ਚਰਨਾਂ ਦਾ ਮਾਸ ਸੀ ਸੜਨ ਲੱਗਾ। ਪਾਪੀ ਬੈਠਿਓ ਸਮੁਖ ਨਿਹਾਰੇ, ਇਹ ਪਾਪੀ ਜਿਹੜਾ ਸੀ ਸਾਹਮਣੇ ਬੈਠ ਕੇ ਬਹੁਤ ਖੁਸ਼ ਹੋ ਰਿਹਾ ਹੈ। ਪੁਨ ਕਹਿ ਕਰ ਤਾਰੇ ਅਗਨ ਜਰਾਈ, ਇਸ ਤਰ੍ਹਾਂ ਫੇਰ ਕਹਿ ਕੇ ਹੋਰ ਅੱਗ ਜਿਹੜੀ ਹੈ ਲੋਹ ਦੇ ਹੇਠਾਂ ਡਵਾਉਂਦਾ ਹੈ। ਪੂਰਬ ਕੇ ਸਮਸਰ ਤਪਤਾਈ, ਪਹਿਲਾਂ ਦੀ ਤਰ੍ਹਾਂ ਫੇਰ ਤਪਾ ਦਿੱਤੀ। ਚਿਤ ਬਾਂਛਿਤ ਹੋਏ ਦੁਖ ਤੇ ਦੀਨ, ਮਨ ਦੇ ਵਿੱਚ ਸੋਚਦਾ ਹੈ ਵੀ ਦੁੱਖ ਨੂੰ ਦੇਖ ਕੇ ਇਹ ਘਬਰਾ ਜਾਣਗੇ, ਡਰ ਜਾਣਗੇ। ਮਾਨਹਿ ਨਾਤਾ ਡਰ ਚਿਤ ਚੀਨ, ਫਿਰ ਮੈਂ ਜੋ ਕਹਾਂਗਾ ਉਹੀ ਮੰਨ ਜਾਣਗੇ। ਤਿਸ ਦਿਨ ਸਤਿਗੁਰ ਕਛੂ ਨਾ ਬੋਲੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਤੀਆਂ ਤਵੀਆਂ ਦੇ ਉੱਪਰ ਚੌਂਕੀਆਂ ਲਾਉਂਦੇ ਹਨ, ਚੌਂਕੜੇ ਲਗਾਉਂਦੇ, ਮੁਖ ਦੇ ਵਿੱਚੋਂ ਕੋਈ ਬਚਨ ਨਹੀਂ ਕਰਦੇ ਹਨ। ਅਡੋਲ ਸ਼ਾਂਤੀ ਦੇ ਨਾਲ ਬੈਠੇ ਹਨ। ਤਪਤ ਲੋਹ ਪਰ ਥਿਰੇ ਅਡੋਲੇ, ਪਹਿਲਾਂ ਮਹਾਰਾਜ ਜੀ ਤਪਦੀ ਹੋਏ ਲੋਹ ਦੇ ਉੱਪਰ ਖੜੇ ਹਨ। ਜਰਤ ਚਰਮ ਆਪਣੋ ਦਿਖਰਾਵੇ, ਔਰ ਜਿਹੜਾ ਚਰਮ ਚਮ ਹੈ ਸਰੀਰ ਹੈ ਉਹ ਜਲਦਾ ਹੋਇਆ ਸੜਦਾ ਹੋਇਆ ਦਿਖਾਉਂਦੇ ਹਨ। ਅਗਨ ਤਾਪ ਤੇ ਪੀਰ ਨ ਪਾਵੇ, ਪਰ ਮਨ ਕਰਕੇ ਚੜ੍ਹਦੀਆਂ ਕਲਾ ਦੇ ਵਿੱਚ ਹਨ। ਅੱਗ ਜਿਹੜੀ ਹੈ ਉਹ ਡਲਾਉਂਦੀ ਨਹੀਂ ਹੈ। ਜੋ ਸਤਿਪੁਰਸ਼ ਹੋਇਆ ਕਰਦੇ ਹਨ, ਪ੍ਰਭ ਕੈ ਸਿਮਰਨ ਦੁੱਖ ਨਾ ਵਿਆਪੈ। ਦੁੱਖ ਹੁੰਦਾ ਹੈ ਬਾਕੀ ਲੋਕਾਂ ਦੇ ਸਮਾਨ ਹੀ ਹੁੰਦਾ ਹੈ। ਸਤਿਪੁਰਸ਼ਾਂ ਦਾ ਵੀ ਉਹੀ ਸਰੀਰ ਹੁੰਦਾ ਹੈ, ਉਹੀ ਪਰਿਵਾਰ ਹੁੰਦਾ ਹੈ। ਬਸ ਫਰਕ ਇੰਨਾ ਹੈ ਵੀ ਸਤਿਪੁਰਸ਼ ਜਿਹੜੇ ਹਨ ਆਮ ਲੋਕਾਂ ਦੀ ਤਰ੍ਹਾਂ ਰੋਂਦੇ ਕੁਰਲਾਉਂਦੇ ਨਹੀਂ ਹਨ। ਸੁੱਖ ਹੋਵੇ ਦੁੱਖ ਹੋਵੇ ਉਸ ਨੂੰ ਖਿੜੇ ਮੱਥੇ ਸਹਾਰ ਲੈਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਹਨ। ਮਨ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਸ਼ੋਭ ਨਹੀਂ ਹੈ। ਅਜਮਤ ਨਹਿ ਜਾਣੇ ਇਮ ਕਿਮ ਇਹੀ, ਕਿਸੇ ਪ੍ਰਕਾਰ ਦੇ ਨਾਲ ਆਪਣੇ ਬਚਾਅ ਵਾਸਤੇ ਕਰਾਮਾਤ ਨਹੀਂ ਵਿਖਾਉਂਦੇ ਹਨ। ਪਰੇ ਫਲੂਹੇ ਸਗਰੀ ਦੇਹੀ, ਜਦ ਸਰੀਰ ਦੇ ਉੱਪਰ ਕੜਛੇ ਭਰ ਭਰ ਕੇ ਤਤੀ ਰੇਤਾ ਦੇ ਪਾਉਂਦੇ ਹਨ,
ਕਹਿੰਦੇ ਸਾਰਾ ਸਰੀਰ ਜਿਹੜਾ ਸੀ ਛਾਲਿਆਂ ਦੇ ਨਾਲ ਭਰ ਗਿਆ। ਹੀਰ ਨਹੀਂ ਪਰ ਤੀਤੀ ਉਪਾਵੈ। ਇਹ ਕੁਝ ਦੇਖ ਕੇ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਬੈਠੇ ਹਨ। ਇਹਨਾਂ ਮੂਰਖਾਂ ਨੂੰ ਸਮਝ ਨਹੀਂ ਆਉਂਦੀ ਹੈ ਵੀ ਕੋਈ ਸਧਾਰਨ ਵਿਅਕਤੀ ਨਹੀਂ ਹਨ। ਇਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਧਾਰਨ ਵਿਅਕਤੀ ਨੂੰ ਮਾੜਾ ਜਿੰਨਾ ਵੀ ਸੇਕ ਲੱਗੇ, ਕੋਈ ਚੂੰਡੀ ਪਰੇ ਕਿੰਨਾ ਤੜਫਦਾ ਹੈ। ਤਤੀਆਂ ਤਵੀਆਂ ਤੇ ਬੈਠੇ ਹਨ, ਤਤੀ ਰੇਤਾ ਪੈ ਰਹੀ ਹੈ, ਪਰ ਫਿਰ ਵੀ ਸੀ ਨਹੀਂ ਕਰ ਰਹੇ ਹਨ। ਕਿਹੜੀ ਐਸੀ ਇਹਨਾਂ ਦੇ ਕੋਲ ਤਾਕਤ ਹੈ, ਕਿਹੜੀ ਸ਼ਕਤੀ ਹੈ ਜਿਹੜੇ ਅਡੋਲ ਬੈਠੇ ਹਨ, ਕਿਉਂਕਿ ਆਪ ਪਰਮੇਸ਼ਰ ਦਾ ਰੂਪ ਹਨ। ਪਰ ਇਹਨਾਂ ਨੂੰ ਦੇਖ ਕੇ ਇਹ ਪ੍ਰਤੀਤ ਨਹੀਂ ਆ ਰਹੀ ਹੈ, ਇਹਨਾਂ ਨੂੰ ਸਮਝ ਨਹੀਂ ਆ ਰਹੀ ਹੈ। ਜਾਤੀ ਆਪਣੋ ਦੁੱਖ ਦਿਖਰਾਵੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੀਰ ਸੜ ਰਿਹਾ ਹੈ, ਆਪਣਾ ਦੁੱਖ ਦੂਸਰਿਆਂ ਨੂੰ ਦਿਖਾ ਰਹੇ ਹਨ। ਰਹੇ ਜਾਮ ਲਗ ਠਾਂਡੇ ਉਪਰ। ਪੈਰ ਸਮੇਂ ਤੱਕ ਸੱਚੇ ਪਾਤਸ਼ਾਹ ਜੀ ਤਕਰੀਬਨ 3 ਘੰਟੇ ਤੱਤੀ ਤਵੀ ਦੇ ਉੱਪਰ ਚੌਂਕੜਾ ਲਗਾ ਕੇ ਬੈਠੇ ਰਹੇ ਹਨ। ਦੇਖੋ, ਇਹ ਹੈ ਚੌਂਕੜਾ। ਆਪਾਂ ਸਧਾਰਨ ਰੂਪ ਦੇ ਵਿੱਚ ਵੀ ਪਾਠ ਕਰਨਾ ਹੋਵੇ, ਕਦੇ ਗੋਡਾ ਉਧਰ ਨੂੰ ਕਦੇ ਉਧਰ ਨੂੰ, ਟਿਕਦਾ ਨਹੀਂ ਨਾ, ਮਨ ਨਹੀਂ ਨਾ ਟਿਕਦਾ। ਪਰ ਜਿਨ੍ਹਾਂ ਦਾ ਟਿਕ ਗਿਆ, ਫਿਰ ਭਾਵੇਂ ਕੋਈ ਕੱਟੀ ਜਾਵੇ ਭਾਵੇਂ ਵੱਢੀ ਜਾਵੇ, ਕੋਈ ਫਰਕ ਨਹੀਂ ਹੈ। ਐਨ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਬੈਠਦੇ ਹਨ, ਇਸੇ ਤਰ੍ਹਾਂ ਹੀ ਤਤੀਆਂ ਤਵੀਆਂ ਦੇ ਉੱਪਰ ਵੀ ਬੈਠੇ ਹਨ, ਅਡੋਲ ਬੈਠੇ ਹਨ। ਕਿਸੇ ਪ੍ਰਕਾਰ ਦਾ ਕਸ਼ਟ ਜਿਹੜਾ ਹੈ ਉਹ ਮਾਨਸਿਕ ਤੌਰ ਤੇ ਮਹਿਸੂਸ ਨਹੀਂ ਕਰ ਰਹੇ ਹਨ। ਪੁੰਨ ਉਤਰਾਏ ਤਿਰ ਗੁਰ ਭੂਪਰ। ਫਿਰ ਮਹਾਰਾਜ ਸੱਚੇ ਪਾਤਸ਼ਾਹ 3 ਘੰਟਿਆਂ ਤੋਂ ਬਾਅਦ ਦੇ ਵਿੱਚ ਤਤੀ ਤਵੀ ਦੇ ਉੱਪਰ ਹੇਠਾਂ ਉਤਰੇ। ਪਚਿਉਰ ਦੇ ਬਹੁ ਚਿਤੇ ਉਪਾਇਆ। ਇਹ ਜਿਹੜਾ ਨਿੰਦਕ ਦੋਖੀ ਸੀ ਚੰਦੂ, ਇਹ ਬਹੁਤ ਭਾਰੀ ਦੇਖ ਕੇ ਇਹਨੂੰ ਕ੍ਰੋਧ ਆ ਰਿਹਾ ਹੈ, ਇਹਦਾ ਗੁੱਸਾ ਜਿਹੜਾ ਹੈ ਵੱਧਦਾ ਜਾ ਰਿਹਾ ਹੈ। ਬੋਲਿਓ ਨਹੀਂ ਤਰਾਸ ਨਹੀਂ ਪਾਇਆ। ਵੀ ਇਹਨਾਂ ਨੇ ਮੇਰੇ ਨਾਲ ਕੋਈ ਵਚਨ ਹੀ ਨਹੀਂ ਕੀਤਾ, ਬੋਲੇ ਹੀ ਨਹੀਂ ਹਨ, ਨਾ ਹੀ ਮੇਰੇ ਪਾਸੋਂ ਡਰੇ ਹਨ। ਕੌਣ ਯਤਨ ਕਰ ਇਸੇ ਮਨਾਵੋ। ਕਿਹੜਾ ਯਤਨ ਕਰਾਂ, ਕਿਹੜੀ ਇਹਨਾਂ ਨੂੰ ਜਾਤਨਾ ਦੇਵਾਂ, ਕਿਹੜਾ ਇਹਨਾਂ ਨੂੰ ਦੁੱਖ ਦੇਵਾਂ ਤਾਂ ਕਿ ਇਹ ਮੇਰੇ ਪਾਸੋਂ ਡਰ ਜਾਣ। ਕਉ ਸੰਕਟ ਐਸੋ ਦਿਖਰਾਵੋ। ਕਿਹੜਾ ਐਸਾ ਸੰਕਟ ਹੋਵੇ, ਦੁੱਖ ਹੋਵੇ ਜਿਹੜਾ ਇਹਨਾਂ ਨੂੰ ਦਿਖਾਉਣਾ ਕਰਾਂ। ਜਿਸ ਦੇ ਅਧਿਕ ਤਰਾਸ ਕੋ ਪਾਏ। ਜਿਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਵੇ। ਬੋਲੇ ਤਤ ਛਿਨ ਮੌਨ ਹਟਾਏ। ਉਸ ਵਕਤ ਕਹਿੰਦੇ ਇਹ ਤਤ ਛਿਨ ਹੀ ਬੋਲ ਪੈਣ, ਆਪਣਾ ਮੌਨ ਜਿਹੜਾ ਹੈ ਖੋਲ ਦੇਣ। ਇਹ ਵੱਡ ਧਰਮੀ ਧਰਮ ਸੰਭਾਰੈ। ਫਿਰ ਮਨ ਦੇ ਵਿੱਚ ਵਿਚਾਰਦਾ ਹੈ ਵੀ ਇਹ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ, ਇਹਨਾਂ ਨੂੰ ਸਭ ਤੋਂ ਪਿਆਰਾ ਆਪਣਾ ਧਰਮ ਹੋਇਆ ਕਰਦਾ ਹੈ। ਹੋਰ ਕੋਈ ਚੀਜ਼ ਇਹਨਾਂ ਨੂੰ ਇੰਨੀ ਪਿਆਰੀ ਨਹੀਂ ਹੁੰਦੀ ਜਿਨ੍ਹਾਂ ਨੂੰ ਇਹਨਾਂ ਨੂੰ ਧਰਮ ਪਿਆਰਾ ਹੁੰਦਾ ਹੈ। ਭਾਈ ਸੰਤੋਖ ਸਿੰਘ ਜੀ ਦੇ ਬਚਨ ਹਨ ਨਾ ਇਤਿਹਾਸ ਦੇ ਵਿੱਚ, ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਕਹਿੰਦੇ ਸਿਰ ਦੇਣਾ ਪੈ ਜਾਵੇ ਸਾਨੂੰ ਗਵਾਰਾ ਹੈ, ਅਸੀਂ ਧਰਮ ਨਹੀਂ ਕਿਸੇ ਕੀਮਤ ਤੇ ਛੱਡਦੇ ਹਾਂ, ਸਾਨੂੰ ਧਰਮ ਪਿਆਰਾ ਹੈ। ਇਹਨਾਂ ਨੇ ਜਾਣ ਲਿਆ ਵੀ ਇਹਨਾਂ ਦੀ ਜਿਹੜੀ ਅਸਲੀ ਕਮਜ਼ੋਰੀ ਹੈ ਉਹ ਇਹ ਹੈ ਵੀ ਇਹ ਧਰਮ ਨੂੰ ਬੜਾ ਪਿਆਰ ਕਰਦੇ ਹਨ।
ਇਸ ਕਮਜ਼ੋਰੀ ਦਾ ਇਹਨਾਂ ਦੀ ਦਾ ਫਾਇਦਾ ਲੈਣਾ ਚਾਹੀਦਾ ਹੈ। ਪ੍ਰਾਨ ਜਾਤ ਲੋ ਨਹੀਂ ਨਿਵਾਰੈ, ਇਹ ਇਹਨਾਂ ਦੀ ਜਾਨ ਭਾਵੇਂ ਚਲੇ ਜਾਵੇ ਪਰ ਧਰਮ ਨੂੰ ਨਹੀਂ ਜੀਵਨ ਦੇ ਵਿੱਚੋਂ ਜਾਣ ਦਿੰਦੇ ਹਨ। ਜਾਤੀ ਧਰਮ ਹਰਨ ਕੋ ਤਰਾਸਾ, ਇਸ ਕਰਕੇ ਇਹਨਾਂ ਦਾ ਧਰਮ ਨਸ਼ਟ ਕਰਨ ਵਾਸਤੇ ਇਹਨਾਂ ਨੂੰ ਡਰ ਦੇਵਾਂ। ਦਿਖਰਾਵੋ ਪੁਨ ਪੁਰਵੋ ਆਸਾ, ਐਸਾ ਮੈਂ ਕੋਈ ਕੰਮ ਵਿਖਾਉਣਾ ਕਰਾਂ ਫਿਰ ਮੇਰੀ ਇੱਛਾ ਪੂਰੀ ਹੋਵੇਗੀ। ਇਮ ਨਿਸ਼ਚੇ ਕਰ ਮੂਰਖ ਮਾਨੀ, ਇਸ ਤਰ੍ਹਾਂ ਮੂਰਖ ਨੇ ਮਨ ਦੇ ਵਿੱਚ ਨਿਸ਼ਚਾ ਕੀਤਾ। ਕਹੀ ਸਿਪਾਹਨ ਕੇ ਸੰਗ ਬਾਨੀ, ਆਪਣੇ ਸਿਪਾਹੀਆਂ ਦੇ ਤਾਈਂ ਇਹ ਜੋ ਚੰਦੂ ਹੈ ਆਖਦਾ ਹੈ, ਇਕ ਚਲ ਜਾਓ ਚੰਡਾਲਨ ਪਾਸ, ਵੀ ਇੱਕ ਬੰਦਾ ਉਹਨਾਂ ਚੰਡਾਲਾਂ ਦੇ ਕੋਲ ਜਾਓ ਜਿਹੜੇ ਗਊਆਂ ਨੂੰ ਹਲਾਲ ਕਰਦੇ ਹਨ, ਉਹਨਾਂ ਦਾ ਚਮੜਾ ਉਤਾਰਦੇ ਹਨ। ਆਜ ਭਈ ਕੋ ਗਊ ਬਿਨਾਸ਼, ਜਿਹੜੇ ਅੱਜ ਨਵੀਂ ਮਰੀ ਹੋਈ ਕੋਈ ਗਊ ਹੋਵੇ ਉਸ ਦਾ ਚਮੜਾ ਉਤਾਰ ਕੇ ਇਸ ਕੋ ਚਰਮ ਉਤਾਰਤ ਲਿਆਵੋ, ਉਸ ਦਾ ਚਮੜਾ ਉਤਾਰ ਕੇ ਲਿਆਉਣਾ ਕਰੋ। ਸਭ ਸਰੀਰ ਇਸ ਕੋ ਮਢਵਾਵੋ, ਗਊ ਦੇ ਚਮੜੇ ਦੇ ਵਿੱਚ ਇਹਨਾਂ ਦੇ ਸਰੀਰ ਨੂੰ ਮੜਵਾ ਦਿਓ। ਸਤਿਗੁਰ ਸ਼੍ਰਵਣ ਸੁਨਾਏ ਬਖਾਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਾ ਕਰਕੇ ਭੌਰ ਹੋਤ ਲਿਆਵੋ ਇਸ ਥਾਨਾ, ਸਵੇਰ ਤੱਕ ਗਊ ਦਾ ਚਮੜਾ ਲੈ ਆਓ। ਬੈਠ ਨਿਕਟ ਦੁਖ ਦਿਓ ਮਹਾਨੋ, ਮੈਂ ਲਾਗੇ ਬੈਠ ਕੇ ਇਹਨਾਂ ਨੂੰ ਦੁੱਖ ਦੇਵਾਂਗਾ। ਧਰਮ ਬਿਗਾਰ ਪ੍ਰਾਨ ਪੁਨਹਾਨੋ, ਇਸ ਤਰ੍ਹਾਂ ਇਹਨਾਂ ਦਾ ਮੈਂ ਜਿਹੜਾ ਧਰਮ ਹੈ ਉਹ ਨਸ਼ਟ ਕਰਾਂਗਾ। ਇਮ ਕਹਿ ਮੂਰਖ ਸਦਨ ਸਿਧਾਰਾ, ਇਸ ਤਰ੍ਹਾਂ ਕਹਿ ਕੇ ਇਹ ਜਿਹੜਾ ਮੂਰਖ ਸੀ ਘਰ ਨੂੰ ਚਲਿਆ ਗਿਆ। ਕ੍ਰੋਧੀ ਕਪਟੀ ਵੱਡ ਹਤਿਆਰਾ, ਬੜਾ ਮਨ ਦੇ ਵਿੱਚ ਕ੍ਰੋਧ ਹੈ, ਬੜਾ ਛਲ ਕਪਟ ਹੈ, ਬਹੁਤ ਹਥਿਆਰਾ ਹੈ, ਬਹੁਤ ਹੰਕਾਰੀ ਹੈ। ਸੋ ਦਿਨ ਗਇਓ ਬੀਤ ਨਿਸਿਆਈ, ਇਸ ਤਰ੍ਹਾਂ ਉਹ ਜਿਹੜਾ ਦਿਨ ਸੀ ਬਤੀਤ ਹੋਇਆ, ਰਾਤ ਆਈ ਹੈ। ਛਾਇਓ ਸਭ ਜਗ ਤਮ ਤੋਂ ਸਮੁਦਾਈ, ਸਾਰੇ ਜਗਤ ਦੇ ਵਿੱਚ ਹਨੇਰਾ ਛਾਇਆ। ਅਰਧ ਰਾਤ ਜਾਨੀ ਜਬ ਹੋਈ, ਜਦ ਅੱਧੀ ਰਾਤ ਦਾ ਸਮਾਂ ਹੋਇਆ। ਨੁਖਾ ਅਗੀ ਕੀ ਸੁਨ ਸੁਨ ਸੋਈ, ਇਹ ਪਾਪੀ ਦੀ ਜਿਹੜੀ ਨਹੁੰ ਸੀ ਉਹ ਇਹ ਸੁਣ ਕੇ ਬਹੁਤ ਦੁਖੀ ਹੋ ਰਹੀ ਹੈ। ਸੰਕਟ ਮਹਾ ਪਾਏ ਕਰ ਰੋਈ, ਸਤਿਗੁਰੂ ਪਾਤਸ਼ਾਹ ਜੀ ਨੂੰ ਸੰਕਟ ਜਾਣ ਕੇ ਸੁਣ ਕੇ ਬਹੁਤ ਰੋਂਦੀ ਹੈ। ਖਾਨ ਪਾਨ ਗੁਰ ਕਰੇ ਨਾ ਕੋਈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 5 ਦਿਨ ਨਾ ਜਲ ਛਕਿਆ, ਨਾ ਅੰਨ ਛਕਿਆ, ਨਾ ਹੀ ਮਹਾਰਾਜ ਜੀ ਨੇ ਆਰਾਮ ਕੀਤਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਊਂਗ ਨ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪਰਗਾਸ। ਐਸੀ ਅਵਸਥਾ ਅਭਿਆਸੀ ਪੁਰਸ਼ ਸਮਾਧੀ ਦੇ ਵਿੱਚ ਪ੍ਰਾਪਤ ਕਰਦੇ ਹਨ। ਭੁੱਖ ਤੋਂ ਉੱਪਰ ਉੱਠ ਜਾਂਦੇ ਹਨ, ਨੀਂਦ ਤੋਂ ਉੱਪਰ ਉੱਠ ਜਾਂਦੇ ਹਨ, ਪਿਆਸ ਤੋਂ ਉੱਪਰ ਉੱਠ ਜਾਂਦੇ ਹਨ। ਪਰ ਧੰਨ ਹਨ ਸਤਿਗੁਰੂ ਪਾਤਸ਼ਾਹ ਜੀ, ਨੇਤਰ ਖੁੱਲ੍ਹੇ ਹੋਏ ਹਨ ਤਾਂ ਵੀ ਸਮਾਧੀ ਲੱਗੀ ਹੋਈ ਹੈ। ਜਿਹੜੇ ਸੰਸਾਰ ਦੇ ਅਭਿਆਸੀ ਲੋਕ ਹਨ, ਨੇਤਰ ਬੰਦ ਕਰਕੇ ਐਸੀ ਸਮਾਧੀ ਲਗਾਉਂਦੇ ਹਨ ਨਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗਰਤ ਸਮਾਧੀ ਹੈ। ਨਾ ਕੋਈ ਭੁੱਖ, ਨਾ ਪਿਆਸ, ਨਾ ਕੋਈ ਨੀਂਦ, ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ। ਜਾਈ ਆਜ ਸੁਧ ਲੀਵੋ ਗੁਰ ਕੀ, ਇਹ ਜਿਹੜੇ ਚੰਦੂ ਦੀ ਨਹੁੰ ਸੀ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਦੀ ਇਹਦੀ ਇੱਛਾ ਹੋਈ। ਕਰੇ ਕਹਾਂ ਸੁਨੋ ਸਭ ਉਰ ਕੀ, ਆਖਣ ਲੱਗੇ ਕਿ ਮੈਂ ਇਹ ਸਾਰਾ ਕੁਝ ਜਿਹੜਾ ਹੈ ਜਾ ਕੇ ਦੇਖਾਂਗੀ। ਸਭ ਤੇ ਚੋਰੀ ਚੱਲ ਕਰ ਆਈ, ਸਾਰਿਆਂ ਤੋਂ ਚੋਰੀ ਇਹ ਚੱਲ ਕੇ ਆਈ ਹੈ। ਹਰੇ ਸਿਪਾਹੀ ਝਿੜਕ ਹਟਾਈ, ਜਿਹੜੇ ਸਿਪਾਹੀ ਸਨ ਉਹਨਾਂ ਨੇ ਝਿੜਕ ਕੇ ਪਿੱਛੇ ਕੀਤੀ। ਤਬ ਕੰਚਨ ਕੇ ਭੂਖਣ ਦੀਨ, ਫਿਰ ਸੋਨੇ ਆਦਿਕ ਦੇ ਜਿਹੜੇ ਗਹਿਣੇ ਸਨ ਉਹਨਾਂ ਸਿਪਾਹੀਆਂ ਨੂੰ ਦਿੱਤੇ, ਉਹਨਾਂ ਨੂੰ ਲਾਲਚ ਦਿੱਤਾ। ਅੰਤਰ ਬਰੀ ਦਰਸ ਗੁਰ ਕੀਨ, ਫਿਰ ਇਹ ਗਈ ਹੈ ਉਸ ਹਵੇਲੀ ਦੇ ਵਿੱਚ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਕੀਤਾ। ਹਾਥ ਜੋੜ ਤਬ ਖਰੀ ਵਿਚਾਰੀ, ਹੱਥ ਜੋੜ ਕੇ
ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀ ਹੈ। ਮੈਂ ਅਪਰਾਧਨ ਪ੍ਰਭੂ ਤੁਮਾਰੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬਹੁਤ ਵੱਡੀ ਅਪਰਾਧਨ ਹਾਂ ਜੀ। ਕਸ਼ਟ ਇਤੇ ਸੁਨ ਜੀਵਤ ਰਹੀ, ਆਪ ਜੀ ਦੇ ਕਸ਼ਟ ਜਾਣ ਕੇ ਫੇਰ ਵੀ ਮੈਂ ਜਿਉਂਦੀ ਰਹੀ ਹਾਂ। ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਨ੍ਹਾਂ ਦੇ ਨਾਲ ਪ੍ਰੇਮ ਹੋਏ ਉਹਨਾਂ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਦੇਣੇ ਚਾਹੀਦੇ ਹਨ, ਉਹਨਾਂ ਦਾ ਕਸ਼ਟ ਦੇਖਣਾ ਹੀ ਨਹੀਂ ਚਾਹੀਦਾ ਹੈ। ਆਖਣ ਲੱਗੇ ਮੈਂ ਕਿੱਡੀ ਵੱਡੀ ਅਪਰਾਧਨ ਹਾਂ, ਮੈਂ ਇਹ ਸਾਰਾ ਕੁਝ ਤੁਹਾਨੂੰ ਕਸ਼ਟ ਤੁਹਾਡੇ ਦੇਖ ਰਹੀ ਹਾਂ, ਫਿਰ ਵੀ ਜਿਉਂਦੀ ਪਈ ਹਾਂ। ਸਤਿਗੁਰੂ ਪਾਤਸ਼ਾਹ ਜੀ ਮੈਨੂੰ ਖਿਮਾ ਕਰਿਆ ਜੇ। ਦੁਸ਼ਟ ਕੁਟੰਬ ਤਜਿਓ ਮੈਂ ਨਹੀਂ, ਮੈਂ ਇਹ ਦੁਸ਼ਟਾਂ ਦਾ ਜਿਹੜਾ ਪਰਿਵਾਰ ਹੈ ਤਿਆਗਿਆ ਨਹੀਂ ਹੈ। ਇਹਨਾਂ ਦੁਸ਼ਟਾਂ ਦੇ ਪਰਿਵਾਰ ਦੇ ਵਿੱਚ ਮੈਨੂੰ ਰਹਿਣਾ ਪੈ ਰਿਹਾ ਹੈ। ਚਲੇ ਨਹੀਂ ਕੁਛ ਮੇਰੋ ਚਾਰਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਬਸ ਹਾਂ, ਮੇਰਾ ਕੋਈ ਚਾਰਾ ਚੱਲ ਨਹੀਂ ਰਿਹਾ ਹੈ। ਨਿਜ ਮਰਨੋ ਇੱਕ ਹਾਥ ਮਜਾਰਾ, ਬਸ ਮੇਰੇ ਵਾਸਤੇ ਇੱਕੋ ਹੀ ਚਾਰਾ ਹੈ, ਮੈਂ ਆਪਣੇ ਸਰੀਰ ਨੂੰ ਉਸ ਦਾ ਤਿਆਗ ਕਰ ਸਕਦੀ ਹਾਂ, ਹੋਰ ਮੇਰੇ ਕੋਲ ਕੋਈ ਚਾਰਾ ਨਹੀਂ ਹੈ। ਇਸ ਤਰ੍ਹਾਂ ਇਹ ਮਨ ਦੇ ਵਿੱਚ ਵਿਚਾਰਦੀ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ। ਸੁਨ ਸਤਿਗੁਰ ਬੋਲੇ ਸੁਖਦਾਇਕ, ਸੁੱਖਾਂ ਨੂੰ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਇਹ ਚੰਦੂ ਦੀ ਨਹੁੰ ਦੀ ਬੇਨਤੀ ਨੂੰ ਸੁਣ ਕੇ ਬਚਨ ਕਰਦੇ ਹਨ। ਨਹੀਂ ਸੁਤਾ ਤੂੰ ਇਸ ਕਰ ਲਾਇਕ, ਕਿ ਪੁੱਤਰੀ ਤੂੰ ਇਹਨਾਂ ਪਾਪੀਆਂ ਦੇ ਘਰ ਦੇ ਵਿੱਚ ਰਹਿਣ ਦੇ ਯੋਗ ਨਹੀਂ ਹੈ। ਭਈ ਪ੍ਰਭਾਤ ਕਰੇ ਤਬ ਤਿਆਰੀ, ਕੱਲ ਨੂੰ ਅਸੀਂ ਸੱਚਖੰਡ ਪਿਆਨਾ ਕਰਨਾ ਹੈ, ਇਸ ਕਰਕੇ ਤੂੰ ਵੀ ਤਿਆਰੀ ਕਰਨਾ ਕਰ। ਚਲਬੋ ਚਾਹੇ ਚੱਲ ਸੰਗ ਹਮਾਰੀ, ਜੇ ਤੂੰ ਚੱਲਣਾ ਚਾਹੁੰਦੀ ਹੈ ਫਿਰ ਤੂੰ ਵੀ ਸਾਡੇ ਨਾਲ ਸੱਚਖੰਡ ਪਿਆਨਾ ਕਰ। ਬੋਲੀ ਸੇਵ ਜਥਾ ਮੈਂ ਲਾਇਕ, ਆਖਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮੇਰੇ ਵਾਸਤੇ ਆਪ ਜੀ ਦਾ ਹੁਕਮ ਹੈ। ਕਹਿ ਦੀਜੈ ਸੋ ਕਰੋ ਸੁਭਾਇਕ, ਉਹ ਆਪ ਜੀ ਮੈਨੂੰ ਹੁਕਮ ਕਰ ਦਿਓ, ਮੈਂ ਉਹੀ ਉਸੇ ਤਰ੍ਹਾਂ ਹੀ ਕਰਾਂਗੀ। ਕਿਰਪਾ ਕਰੀ ਅਬ ਮੋਹਿ ਬਤਾਵਾ, ਆਪ ਜੀ ਨੇ ਬੜੀ ਭਾਰੀ ਕਿਰਪਾ ਕੀਤੀ, ਮੈਨੂੰ ਦੱਸ ਦਿੱਤਾ। ਤਿਆਗੋ ਪ੍ਰਾਣ ਨਾ ਜੀਵਨ ਭਾਵਾ, ਮੈਨੂੰ ਹੁਣ ਜੀਵਨਾ ਜਿਹੜਾ ਹੈ ਨਾ ਉਹ ਚੰਗਾ ਨਹੀਂ ਲੱਗਦਾ ਹੈ, ਮੈਂ ਵੀ ਆਪਣਾ ਸਰੀਰ ਤਿਆਗ ਦਿਆਂਗੀ। ਗੁਰ ਕਹਿ ਹਮਰੇ ਚਾਹ ਨਾ ਕੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਸਾਡੇ ਮਨ ਦੇ ਵਿੱਚ ਕੋਈ ਇੱਛਾ ਨਹੀਂ ਹੈ। ਜਾਹੋ ਅਬੈ ਕਰ ਚਿਤ ਰੁਚ ਜੋਈ, ਤੁਸੀਂ ਆਪਣੇ ਘਰ ਦੇ ਵਿੱਚ ਜਾਣਾ ਕਰੋ, ਜੋ ਤੁਹਾਡੀ ਇੱਛਾ ਹੈ ਜਿਵੇਂ ਤੁਹਾਡਾ ਖਿਆਲ ਹੈ ਕਰਨਾ ਕਰੋ। ਸੁਨ ਗਮਨੀ ਮ੍ਰਿਤ ਨਿਸ਼ਚੈ ਕਰਕੇ, ਇਹ ਸੁਣ ਕੇ ਮਹਾਰਾਜ ਜੀ ਦਾ ਬਚਨ ਆਪਣੇ ਘਰ ਨੂੰ ਗਈ ਹੈ। ਕਿਆ ਫਲ ਪੈ ਹੋ ਪ੍ਰਾਨਨ ਧਰ ਕੇ, ਆਖਣ ਲੱਗੇ ਸਰੀਰ ਨੂੰ ਰੱਖ ਕੇ ਪ੍ਰਾਣਾਂ ਨੂੰ ਰੱਖ ਕੇ ਮੈਂ ਕੀ ਕਰਾਂਗੀ, ਮੈਨੂੰ ਕੀ ਫਲ ਮਿਲੇਗਾ। ਬੀਤੀ ਭਵਾਵਰ ਭਈ ਪ੍ਰਭਾਤੀ, ਰਾਤ ਦਾ ਸਮਾਂ ਬਤੀਤ ਹੋਇਆ, ਤੜਕ ਵੇਲਾ ਹੋਇਆ ਹੈ, ਅੰਮ੍ਰਿਤ ਵੇਲਾ ਹੋਇਆ। ਬੈਠੇ ਰਹੇ ਗੁਰੂ ਤਿਸ ਭਾਂਤੀ, ਮਹਾਰਾਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਅਡੋਲ ਬੈਠੇ ਹਨ। ਸਗਰੇ ਨਗਰ ਪਰਿਓ ਵੱਡ ਰੌਰਾ, ਲਾਹੌਰ ਦੇ ਵਿੱਚ ਸਾਰੇ ਪਾਸੇ ਬਹੁਤ ਰੌਲਾ ਰੱਪਾ ਪੈਂਦਾ ਹੈ। ਘਰ ਘਰ ਦਰ ਡਰ ਠੌਰ ਹੈ ਠੌਰਾ, ਘਰਾਂ ਘਰਾਂ ਦੇ ਵਿੱਚ ਗੁਰਸਿੱਖਾਂ ਦੇ ਘਰਾਂ ਦੇ ਦਰਵਾਜ਼ਿਆਂ ਦੇ ਵਿੱਚ ਖੜ ਖੜ ਕੇ ਗੁਰਸਿੱਖ ਜਿਹੜੇ ਹਨ ਉਹ ਵਿਚਾਰਾਂ ਕਰਦੇ ਹਨ। ਬਾਰ ਬਾਰ ਤਿਸ ਪੌਰ ਅਗਾਰੀ, ਬਾਰ ਬਾਰ ਉਹ ਚੰਦੂ ਦੀ ਹਵੇਲੀ ਦੇ ਦਰਵਾਜ਼ੇ ਦੇ ਸਾਹਮਣੇ ਆਉਂਦੇ ਹਨ। ਫਿਰ ਫਿਰ ਜਾਤ ਨਿਹਾਰ ਨਿਹਾਰੀ, ਬਾਰ ਬਾਰ ਅੰਦਰ ਝਾਤੀਆਂ ਲਗਾਉਂਦੇ ਹਨ, ਦੇਖਦੇ ਹਨ। ਨਿਸ ਦਿਨ ਰਹਿ ਕਿਵਾਰ ਸੰਜਮ, ਪਰ ਦਿਨੇ ਰਾਤ ਜਿਹੜੇ ਦਰਵਾਜ਼ੇ ਹਨ ਬੂਹੇ ਬਾਰੀਆਂ ਉਹ ਵੱਜੇ ਰਹਿੰਦੇ ਹਨ। ਬਾਂਛਤ ਚਿਤ ਕਿਮ ਹੋਏ ਸੋ ਭੰਜਤ, ਮਨ ਦੇ ਵਿੱਚ ਵਿਚਾਰਦੇ ਹਨ ਵੀ ਇਹ ਦਰਵਾਜ਼ੇ ਕਿਵੇਂ ਟੁੱਟ ਜਾਣ, ਕਿਵੇਂ ਖੁੱਲ ਜਾਣ। ਕਿਆ ਇਹ ਕਰੇ ਲਖੀ ਨਹਿ ਜਾਈ, ਅੰਦਰ ਮਹਾਰਾਜ ਜੀ ਦੇ ਨਾਲ ਕੀ ਵਰਤਾਰਾ ਵਰਤਾ ਰਹੇ ਹਨ ਕੁਝ ਜਾਣਿਆ ਨਹੀਂ ਜਾਂਦਾ। ਵਹਿਰ ਗੁਰੂ ਨਿਗਸੇ ਨਾ ਕਦਾਈ, ਪਤਾ ਨਹੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਹਵੇਲੀ ਦੇ ਵਿੱਚੋਂ ਬਾਹਰ ਨਿਕਲਣਗੇ ਕਿ ਨਹੀਂ। ਪੰਚੋਂ ਸਿੱਖ ਨਹੀਂ ਪੁਨ ਹੇਰੇ, ਜਿਹੜੇ ਪੰਜ ਗੁਰਸਿੱਖ ਸਨ
ਸਨ, ਉਹਨਾਂ ਦੇ ਵੀ ਬਾਅਦ ਦੇ ਵਿੱਚ ਦਰਸ਼ਨ ਨਹੀਂ ਹੋਏ ਹਨ। ਭਏ ਕਹਾਂ ਬਚ ਸੁਣੇ ਨਾ ਫੇਰੇ, ਉਹਨਾਂ ਦੇ ਵੀ ਬਾਅਦ ਦੇ ਵਿੱਚ ਪਤਾ ਹੀ ਨਹੀਂ ਚੱਲਿਆ, ਕੋਈ ਸੁਣੀ ਨਹੀਂ ਹੈ ਗੱਲ। ਦੁਰ ਦੁਰ ਮਿਲੇ ਕਰੇ ਗੁਰਬਾਤ, ਛੁਪ ਛੁਪ ਕੇ ਲਾਹੌਰ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਨ। ਕਰੇ ਪਾਤ ਕੀ ਕਿਆ ਉਤਪਾਤ, ਇਹ ਪਾਪੀ ਜਿਹੜਾ ਹੈ ਨਾ, ਪਤਾ ਨਹੀਂ ਕੀ ਉਪਦਰਵ ਕਰੇਗਾ। ਜਬ ਕੋ ਅੰਤਰ ਲੈ ਪਰਵੇਸਾ, ਜਦੋਂ ਦਾ ਮਹਾਰਾਜ ਜੀ ਨੂੰ ਅੰਦਰ ਇਸ ਨੇ ਪ੍ਰਵੇਸ਼ ਕਰਵਾਇਆ ਹੈ, ਕਿਮ ਕਲੇਸ਼ ਦੇ ਸੁਨਿਓ ਨ ਲੇਸ਼ਾ, ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਦੁੱਖ ਦੇ ਰਿਹਾ ਹੋਵੇਗਾ। ਬਸ ਨੇ ਚਲੇ ਜਤਨ ਕੁਛ ਹੋਏ ਨਾ, ਸਾਡਾ ਕੋਈ ਵਸ ਵੀ ਨਹੀਂ ਚੱਲ ਰਿਹਾ ਹੈ, ਸਾਡੇ ਪਾਸੋਂ ਕੋਈ ਯਤਨ ਵੀ ਨਹੀਂ ਹੋ ਰਿਹਾ ਹੈ। ਇਸ ਤਰ੍ਹਾਂ ਗੁਰਸਿੱਖ ਬਹੁਤ ਝੂਰਦੇ ਹਨ ਵੀ ਸਾਡੇ ਵੱਸ ਦੀ ਗੱਲ ਨਹੀਂ ਰਹੀ ਹੈ। ਸ਼ਾਹ ਸਮੀਪੀ ਜੁਤ ਢਿਗ ਕੋਏ ਨਾ, ਕਿਉਂਕਿ ਬਾਦਸ਼ਾਹ ਦੇ ਕੋਲ ਸਾਡਾ ਕੋਈ ਖਾਸ ਸਮੀਪੀ, ਕੋਈ ਸੰਗੀ ਨਹੀਂ ਹੈ। ਧਰਮਸ਼ਾਲਾ ਮਿਲ ਮਿਲ ਪਛਤਾਵੇ, ਕਦੇ ਧਰਮਸ਼ਾਲਾ ਦੇ ਵਿੱਚ ਮਿਲ ਮਿਲ ਕੇ ਇਕੱਤਰ ਹੋ ਕੇ ਪਛਤਾਉਂਦੇ ਹਨ। ਨਹਿ ਦਿਨ ਮੈਂ ਵਿਵਹਾਰ ਚਲਾਵੇ, ਦਿਨ ਦੇ ਸਮੇਂ ਵੀ ਕੋਈ ਰੁਚੀ ਦੇ ਨਾਲ ਕੋਈ ਕਾਰ ਵਿਹਾਰ ਨਹੀਂ ਚਲਾਉਂਦੇ ਹਨ। ਖਾਨ ਪਾਨ ਰੁਚਤੇ ਨਹਿ ਕਰੇ, ਨਾ ਹੀ ਰੁਚੀ ਦੇ ਨਾਲ ਭੋਜਨ ਪਾਣੀ ਛਕਦੇ ਹਨ। ਸਤਿਗੁਰ ਪਾਪੀ ਕੇ ਬਸ ਪਰੇ, ਬਸ ਇਹੀ ਬਾਰ-ਬਾਰ ਵਿਚਾਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਪਾਪੀ ਦੇ ਵਸ ਦੇ ਵਿੱਚ ਪੈ ਗਏ ਹਨ। ਚਿਰੰਕਾਲ ਕੋ ਦ્વੈਸ਼ ਕਰੰਤਾ, ਬੜੇ ਲੰਬੇ ਸਮੇਂ ਤੋਂ ਇਹ ਪਾਪੀ ਲੋਕ ਜਿਹੜੇ ਸਨ, ਮਤਸਵੀ ਲੋਕ, ਈਰਖਾ ਕਰ ਰਹੇ ਸਨ, ਵੈਰ ਕਰ ਰਹੇ ਸਨ। ਮਹਾਰਾਜ ਜੀ ਦਾ ਉਪਦੇਸ਼, ਸਤਿਗੁਰ ਦੀ ਬਾਣੀ ਤਾਂ ਸਰਬ ਸਾਂਝੀ ਹੈ। ਕਈ ਤਰ੍ਹਾਂ ਦੇ ਉਹਨਾਂ ਨੇ ਦੂਸ਼ਣ ਲਗਾਏ ਹਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਸਲਾਮ ਦੀ ਤਾਰੀਫ ਨਹੀਂ ਕੀਤੀ ਹੈ, ਜਦ ਕਿ ਮਹਾਰਾਜ ਜੀ ਦੇ ਵਿੱਚ ਬਚਨ ਆਪਾਂ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਖਾਕ ਨੂਰ ਕਰਦੰ ਆਲਮ ਦੁਨੀਆਏ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਹਨ, ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ, ਸੰਸਕ੍ਰਿਤ ਦੇ ਵਿੱਚ। ਭਾਵ ਸਰਬ ਸਾਂਝਾ ਸਤਿਗੁਰੂ ਜੀ ਦਾ ਉਪਦੇਸ਼ ਹੈ। ਫਰੀਦ ਸਾਹਿਬ ਜੀ ਦੇ ਬਚਨ ਮਹਾਰਾਜ ਜੀ ਨੇ ਦਰਜ ਕੀਤੇ ਹਨ ਨਾ, ਉੱਠ ਫਰੀਦਾ ਉਜੂ ਸਾਜ ਸੁਬੇ ਨਿਵਾਜ ਗੁਜ਼ਾਰ। ਮਹਾਰਾਜ ਸਿੱਖਾਂ ਨੂੰ ਤਾਂ ਕਹਿੰਦੇ ਹਨ ਵੀ ਅੰਮ੍ਰਿਤ ਵੇਲੇ ਉੱਠੋ, ਪੰਜਾਂ ਬਾਣੀਆਂ ਦਾ ਨਿਤਨੇਮ ਕਰੋ, ਪਰ ਨਾਲ 5 ਨਮਾਜ਼ਾਂ ਦੀ ਗੱਲ ਕੀਤੀ। ਆਖਿਆ ਜੇ ਮੁਸਲਮਾਨ ਹੈ ਉਹ 5 ਨਮਾਜ਼ਾਂ ਕਰੇ, ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ। ਹਿੰਦੂ ਹੈ ਰਾਮ ਰਾਮ ਕਰੇ, ਮੁਸਲਮਾਨ ਹੈ ਅੰਮ੍ਰਿਤ ਵੇਲੇ ਉੱਠ ਕੇ ਅੱਲਾਹੂ ਅੱਲਾਹੂ ਦਾ ਜਪ ਕਰੇ। ਗੁਰੂ ਘਰ ਸਾਰਿਆਂ ਦਾ ਸਾਂਝਾ ਹੈ। ਜਿਵੇਂ ਜ਼ਿਕਰ ਆਉਂਦਾ ਹੈ, ਸੰਤ ਕਰਮ ਸਿੰਘ ਜੀ ਹੋਏ ਹਨ ਹੋਤੀ ਮਰਦਾਨ ਵਾਲੇ, ਕਿ ਮੁਸਲਮਾਨ ਗਿਆ ਸੀ ਉਹਨਾਂ ਦੇ ਪਾਸ, ਉਹਨੇ ਬੇਨਤੀ ਕੀਤੀ ਸੀ ਵੀ ਮਨ ਜਿਹੜਾ ਹੈ ਉਹ ਕਿਵੇਂ ਸ਼ੁੱਧ ਹੋਵੇ, ਕਿਵੇਂ ਨਿਰਮਲ ਹੋਵੇ। ਮਹਾਂਪੁਰਸ਼ ਆਖਣ ਲੱਗੇ ਵੀ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ, ਕਹਿੰਦੇ ਜੇ ਅਜੇ ਤੱਕ ਮਨ ਮੈਲਾ ਹੈ, ਮਨ ਨਿਰਮਲ ਨਹੀਂ ਹੋਇਆ ਹੈ ਨਾ, ਤਾਂ ਸਮਝ ਲੈਣਾ ਚਾਹੀਦਾ ਹੈ ਵੀ ਇੱਛਾ ਰਹਿਤ ਨਾਮ ਨਹੀਂ ਜਪਿਆ ਹੋਇਆ ਹੋਵੇਗਾ। ਜ਼ਰੂਰ ਪਾਠ ਕਰਦਿਆਂ ਕੋਈ ਖਾਸ਼ਾਂ ਰੱਖੀਆਂ ਹੋਣਗੀਆਂ, ਇੱਛਾਵਾਂ ਰੱਖੀਆਂ ਹੋਣਗੀਆਂ, ਮੇਰਾ ਉਹ ਕੰਮ ਹੋ ਜਾਵੇ, ਉਹ ਕੰਮ ਹੋ ਜਾਵੇ, ਤਾਂ ਨਹੀਂ ਮਨ ਨਿਰਮਲ ਹੋਇਆ ਹੋਵੇਗਾ। ਕਹਿੰਦੇ ਮਨ ਉਦੋਂ ਹੀ ਨਿਰਮਲ ਹੋਣਾ ਸ਼ੁਰੂ ਹੁੰਦਾ ਹੈ ਜਦੋਂ ਕੋਈ ਭਾਗਾਂ ਵਾਲਾ ਇੱਛਾ ਰਹਿਤ ਨਾਮ ਜਪਦਾ ਹੈ। ਸੰਤ ਕਰਮ ਸਿੰਘ ਜੀ ਆਖਣ ਲੱਗੇ, ਇੱਛਾ ਰਹਿਤ ਹੋ ਕੇ ਅੱਲਾਹੂ ਅੱਲਾਹੂ ਦਾ 2 ਘੰਟੇ ਅਲ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ, ਅਭਿਆਸ ਕਰਿਆ ਕਰੋ। ਥੋੜ੍ਹੇ ਦਿਨਾਂ ਬਾਅਦ ਆ ਕੇ ਦੱਸਣਾ ਵੀ ਤੁਹਾਡਾ ਕੀ ਹਾਲ ਹੈ। ਕਹਿੰਦੇ ਜਦ ਫਿਰ ਆਏ ਸਾਰੇ ਪਾਸੇ ਫਿਰ ਅੱਲਾ ਹੀ ਅੱਲਾ ਦਿਖਾਈ ਦਿੰਦਾ ਸੀ। ਜਦ ਬਾਅਦ ਦੇ ਵਿੱਚ ਆਏ ਸਨ ਮਹਾਂਪੁਰਸ਼ਾਂ ਦੇ ਪਾਸ,
ਭਾਵ ਗੁਰੂ ਘਰ ਦੇ ਵਿੱਚ ਸਰਬ ਸਾਂਝਾ ਉਪਦੇਸ਼ ਹੈ, ਕੋਈ ਵਿਤਕਰਾ ਨਹੀਂ ਕਿਸੇ ਪ੍ਰਕਾਰ ਦਾ। ਪਰ ਫਿਰ ਵੀ ਲੋਕ ਜਿਹੜੇ ਹਨ, ਸਮੇਂ ਦੀਆਂ ਸਰਕਾਰਾਂ ਹਨ, ਈਰਖਾ ਕਰਦੇ ਹਨ, ਮਾੜਾ ਚੰਗਾ ਆਖਦੇ ਹਨ। ਜਿਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਹਾਥੀ ਵੈਸੇ ਵੀ ਤੁਰਿਆ ਹੋਇਆ ਆਉਂਦਾ ਹੋਵੇ ਨਾ, ਕੁੱਤੇ ਐਵੇਂ ਹੀ ਭੌਂਕੀ ਜਾਂਦੇ ਹਨ। ਉਹ ਕਿਹੜਾ ਕੁੱਤਿਆਂ ਨੂੰ ਕੁਝ ਆਖਦਾ ਹੈ। ਇਸੇ ਤਰ੍ਹਾਂ ਸਤਿਪੁਰਸ਼ਾਂ ਦੀ ਬਿਨਾਂ ਗੱਲ ਤੋਂ ਹੀ ਲੋਕ ਵਿਰੋਧਤਾ ਕਰੀ ਜਾਂਦੇ ਹਨ, ਕੋਈ ਗੱਲ ਵੀ ਨਹੀਂ ਹੁੰਦੀ ਹੈ, ਐਵੇਂ ਹੀ ਬਿਨਾਂ ਮਤਲਬ ਤੋਂ ਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਕਰਕੇ ਇਹ ਜਿਹੜੇ ਗੁਰਸਿੱਖ ਹਨ ਬਹੁਤ ਝੂਰਦੇ ਹਨ। ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਭਗਤਾਂ ਦੇ ਬਚਨ ਹਨ। ਵਿਛੋੜੇ ਦੇ ਵਿੱਚ ਕੀ ਹੁੰਦਾ ਹੈ? ਝੂਰਨਾ ਹੀ ਹੁੰਦਾ ਹੈ, ਪਛਤਾਵਾ ਹੀ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਨ। ਨਿਕਟ ਮੁਗਲ ਚੁਗਲੀ ਉਗਲੰਤਾ, ਕਹਿੰਦੇ ਚੰਦੂ ਜਿਹੜਾ ਹੈ ਨਾ, ਐਵੇਂ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ, ਮਸਾਲੇ ਲਾ ਕੇ ਜਹਾਂਗੀਰ ਨੂੰ ਦੱਸਦਾ ਹੈ। ਸਤਿਗੁਰ ਨਾਤਾ ਲੇਹ ਨਾ ਕਬੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਹੰਕਾਰੀ ਦੀ ਪੁੱਤਰੀ ਦਾ ਰਿਸ਼ਤਾ ਕਦੇ ਨਹੀਂ ਲੈਣਗੇ। ਗੁਰਸਿੱਖਾਂ ਨੇ ਵੀ ਬੇਨਤੀ ਕੀਤੀ ਹੈ ਔਰ ਮਹਾਰਾਜ ਜੀ ਨੇ ਵੀ ਬਚਨ ਕੀਤਾ ਹੈ ਵੀ ਮੋਰੀ ਦੇ ਨਾਲ ਮੋਰੀ ਮਿਲ ਜਾਵੇਗੀ, ਤੁਸੀਂ ਚਬਾਰੇ ਦੇ ਨਾਲ ਹੋਰ ਕੋਈ ਚਬਾਰਾ ਲੱਭਣਾ ਕਰੋ। ਭਾਵ ਇੱਥੇ ਨਿਰਮਾਣਤਾ ਦਾ ਘਰ ਹੈ, ਹੰਕਾਰੀਆਂ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਰਿਸ਼ਤਾ ਪ੍ਰਵਾਨ ਨਹੀਂ ਕਰਨਗੇ। ਇਹ ਮਨਵਾਵਤ ਲਖੀਅਤ ਅਬੈ, ਇਹ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਕਦੇ 2 ਲੱਖ ਲੈਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਜੁਰਮਾਨਾ ਇਹਨਾਂ ਲਗਾਇਆ ਹੈ ਵੀ ਮਹਾਰਾਜ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ। ਗੁਰੂ ਘਰ ਦਾ ਤਾਂ ਇਹ ਬਿਰਧ ਹੀ ਹੈ, ਇੱਥੇ ਕੋਈ ਵੀ ਆ ਜਾਵੇ ਸਾਰਿਆਂ ਨੂੰ ਗਲ ਦੇ ਨਾਲ ਲਗਾਇਆ ਜਾਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਆਖਿਆ ਸੀ ਨਾ ਜਿਹੜੇ ਪਿੱਛੇ ਆਏ ਸਨ ਬਾਬਾ ਬਿਧੀ ਚੰਦ ਸਾਹਿਬ ਦੇ ਵੀ, ਸਾਡਾ ਇੱਥੇ ਚੋਰ ਆਇਆ ਹੈ। ਮਹਾਰਾਜ ਆਖਣ ਲੱਗੇ ਇੱਥੇ ਚੋਰਾਂ ਦਾ ਕੀ ਕੰਮ। ਭਾਈ ਪਿਰਾਣਾ ਜੀ ਆਖਣ ਲੱਗੇ ਸਾਧਾਂ ਦੇ ਕੋਲ ਸਾਧ ਹੀ ਆਉਂਦੇ ਹਨ, ਇੱਥੇ ਚੋਰ ਵੀ ਹੁਣ ਸਾਧ ਬਣ ਜਾਂਦੇ ਹਨ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਇੱਥੇ ਕਾਵਾਂ ਤੋਂ ਹੰਸ ਹੋ ਜਾਂਦੇ ਹਨ। ਇਹ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਜਹਾਂਗੀਰ ਨੂੰ ਚੰਦੂ ਜਿਹੜਾ ਹੈ ਉਹ ਦੱਸਦਾ ਹੈ। ਹਟ ਕੋ ਤਿਆਗੈ ਲੇਹ ਸਗਾਈ, ਬਈ ਸਤਿਗੁਰੂ ਪਾਤਸ਼ਾਹ ਜੀ ਕਈ ਐਸੇ ਗੁਰਸਿੱਖ ਵੀ ਹਨ, ਆਪਣੀ ਸਲਾਹ ਹੈ ਨਾ ਵੀ ਜੇਕਰ ਸਤਿਗੁਰੂ ਜੀ ਹੱਠ ਤਿਆਗ ਦੇਣ, ਇਹਦੀ ਪੁੱਤਰੀ ਦਾ ਰਿਸ਼ਤਾ ਲੈ ਲੈਣ। ਕਿਉਂਕਿ ਕਦੇ ਆਖਦਾ ਹੈ ਜਦ ਮਹਾਰਾਜ ਜੀ ਨੂੰ ਕਸ਼ਟ ਦਿੰਦਾ ਹੈ ਨਾ, 1 ਲੱਖ ਦਿਓ ਤਾਂ ਪਾਣੀ ਦਾ ਗਲਾਸ ਮਿਲੇਗਾ, 1 ਲੱਖ ਦਿਓ ਤਾਂ ਇੱਕ ਪ੍ਰਸ਼ਾਦਾ ਮਿਲੇਗਾ। ਦੇਖੋ ਮਹਾਰਾਜ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਕਈ ਤਰ੍ਹਾਂ ਦੇ ਗੁਰਸਿੱਖ ਸੰਗਤਾਂ ਲੰਗਰ ਚਲਾਉਂਦੀਆਂ ਹਨ, ਛਬੀਲਾਂ ਲਗਾਉਂਦੀਆਂ ਹਨ, ਪਰ ਉੱਥੇ ਕਿਸ ਤਰ੍ਹਾਂ ਦਾ ਭਾਣਾ ਵਾਪਰ ਰਿਹਾ ਹੈ। ਪਿਆਰ ਦੇ ਵਿੱਚ ਆ ਕੇ ਜ਼ਬਰਦਸਤੀ ਸੰਗਤਾਂ ਨੂੰ ਬੇਨਤੀਆਂ ਕਰ ਕੇ ਛਕਾਇਆ ਜਾਂਦਾ ਹੈ ਵੀ ਜ਼ਰੂਰ ਜਲ ਪਾਣੀ ਛਕੋ, ਭੋਜਨ ਛਕੋ, ਪਰ ਅੱਜ ਇੱਥੇ ਇਸ ਤਰ੍ਹਾਂ ਦਾ ਭਾਣਾ ਵਾਪਰ ਰਿਹਾ ਹੈ। ਚੰਦੂ ਆਖਦਾ ਵੀ 1 ਲੱਖ ਦਿਓ ਤਾਂ ਪਾਣੀ ਦਾ ਗਲਾਸ ਮਿਲੇਗਾ, 1 ਲੱਖ ਦਿਓ ਤਾਂ ਭੋਜਨ ਮਿਲੇਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਕਈ ਗੁਰਸਿੱਖ ਇਸ ਤਰ੍ਹਾਂ ਦੀ ਵੀ ਵਿਚਾਰ ਰੱਖਦੇ ਹਨ ਵੀ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੱਠ ਦਾ ਤਿਆਗ ਕਰ ਦੇਣ, ਇਹਦੀ ਪੁੱਤਰੀ ਦਾ ਰਿਸ਼ਤਾ ਜਿਹੜਾ ਹੈ ਲੈ ਲੈਣ। ਇਹੀ ਬਾਤ ਆਛੇ ਬਨ ਆਈ, ਕਈ ਗੁਰਸਿੱਖਾਂ ਨੂੰ ਇਹ ਜਿਹੜੀ ਗੱਲ ਹੈ ਠੀਕ ਭਾਉਂਦੀ ਹੈ। ਦੋਹਰਾ ਉਠਿਓ ਪ੍ਰਾਤ ਚੰਦੂ ਦੁਸ਼ਟ, ਚਿਤਵਤ ਚਿਤ ਗੁਰ ਬਾਤ। ਅਗਲੇ ਦਿਨ ਜਿਹੜਾ ਚੰਦੂ ਸੀ ਉੱਠਿਆ ਹੈ, ਉੱਠਦਿਆਂ ਸਾਰ ਹੀ ਮਨ ਦੇ ਵਿੱਚ ਬਹੁਤ ਭਾਰੀ ਦੁਸ਼ਟਤਾਈ ਨੂੰ ਵਿਚਾਰਦਾ ਹੈ। ਆਜ ਮਨਾਵੋ ਜਿਮ ਚਾਹੋ
ਨਾਹੇ ਤਾਂ ਕਰ ਹੋ ਘਾਤ। ਅੱਜ ਜਿਵੇਂ ਕਿਵੇਂ ਹੋਵੇ ਮੈਂ ਸਤਿਗੁਰੂ ਜੀ ਨੂੰ ਆਪਣੀਆਂ ਗੱਲਾਂ ਮਨਵਾ ਲਵਾਂਗਾ, ਕਿਉਂਕਿ ਜਹਾਂਗੀਰ ਨੇ ਵੀ ਕੁਝ ਕਿਹਾ ਸੀ। ਇੱਕ ਤਾਂ ਚੰਦੂ ਆਪਣੀ ਪੁੱਤਰੀ ਦਾ ਰਿਸ਼ਤਾ ਆਖਦਾ ਸੀ ਨਾ, ਦੂਸਰਾ ਜਹਾਂਗੀਰ ਨੇ ਕਿਹਾ ਸੀ ਵੀ 2 ਲੱਖ ਇਹਨਾਂ ਦੇ ਕੋਲੋਂ ਜੁਰਮਾਨਾ ਲਓ। ਇਹਨਾਂ ਨੂੰ ਆਖੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੂਸਰੇ ਧਰਮਾਂ ਦੀ ਬਰਖਲਾਫ ਦੂਸਰੇ ਧਰਮਾਂ ਦੇ ਸ਼ਬਦ ਲਿਖ ਦਿਓ ਅਤੇ ਇਸਲਾਮ ਦੀ ਤਾਰੀਫ ਲਿਖ ਦਿਓ। ਇਹ ਗੱਲ ਮਨਵਾ ਲਓ ਮਹਾਰਾਜ ਜੀ ਦੇ ਕੋਲੋਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਵੀ ਅਸੀਂ ਕਿਸੇ ਦੇ ਵੀ ਬਰਖਲਾਫ ਕੋਈ ਗੱਲ ਨਹੀਂ ਲਿਖੀ ਹੈ, ਜੋ ਚੰਗੀ ਗੱਲ ਹੈ ਉਹੀ ਲਿਖਣਾ ਕੀਤੀ ਹੈ, ਨਾ ਹੀ ਕਿਸੇ ਧਰਮ ਨੂੰ ਮਾੜਾ ਹੀ ਆਖਿਆ ਹੈ। ਇਹ ਤਾਂ ਬੇੜੀਆਂ ਹਨ, ਜਿਹੜੀ ਬੇੜੀ ਦੇ ਵਿੱਚ ਵੀ ਕੋਈ ਬੈਠ ਜਾਂਦਾ ਹੈ ਉਹ ਕਿਨਾਰੇ 'ਤੇ ਜਾ ਲੱਗਦਾ ਹੈ। ਬੈਠਣਾ ਇੱਕ ਦੇ ਵਿੱਚ ਪੈਂਦਾ ਹੈ। ਭਾਵੇਂ ਸਮਝ ਗਿਆਨ ਆਪਾਂ ਹੋਰ ਪਾਸਿਆਂ ਤੋਂ ਵੀ ਪ੍ਰਾਪਤ ਕਰ ਸਕਦੇ ਹਾਂ, ਪਰ ਆਪਣਾ ਇਸ਼ਟ ਜਿਹੜਾ ਹੈ ਉਹ ਇੱਕ ਹੀ ਬਣਾਉਣਾ ਪੈਂਦਾ ਹੈ। ਇਹ ਨਹੀਂ ਵੀ ਕਦੇ ਕਿਤੇ ਚਲੇ ਗਏ, ਕਦੇ ਕਿਤੇ ਚਲੇ ਗਏ। ਇਸ ਤਰ੍ਹਾਂ ਫਿਰ ਬੰਦਾ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਹੈ। ਜੇ ਸਿੱਖ ਦੇ ਘਰ ਦੇ ਵਿੱਚ ਜਨਮ ਹੋਇਆ ਹੈ, ਉਹਦਾ ਫਰਜ਼ ਬਣਦਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਦਾ। ਦੋਏ ਦਰਪਨ ਦੇਖੈ ਏਕ ਸੈ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਦੋਏ ਭੂਪ ਤਾਕੋ ਗਾਉ ਪਰਜਾ ਨ ਸੁਖੀ ਹੋਤ, ਦੋਏ ਪੁਰਖਨ ਕੀਨਾ ਕੁਲਾ ਬਧੂ ਨਾਰ ਹੈ। ਦੋਏ ਦਿਸ਼ਾ ਗਹੇ ਗਹਾਏ ਸੇ ਹਾਥ ਪਾਉ, ਟੂਟੇ ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ। ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹੈ, ਸਹਿ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਜੇ ਗੁਰੂ ਦਾ ਸਿੱਖ ਹੋ ਕੇ ਹੋਰਨਾਂ ਦੀ ਟੇਕ ਪਕੜਦਾ ਹੈ ਨਾ, ਕਹਿੰਦੇ ਫਿਰ ਉਹਨੂੰ ਜਮਾਂ ਦਾ ਡੰਡ ਸਹਾਰਨਾ ਪੈਂਦਾ ਹੈ। ਕਈ ਤਰ੍ਹਾਂ ਦੀਆਂ ਗੱਲਾਂ ਮਨਵਾਉਣ ਦੀ ਇਹ ਕੋਸ਼ਿਸ਼ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ। ਚੌਪਈ ਅਤ ਪ੍ਰਿਯ ਧਰਮ ਹਿਰਦੇ ਜਿਸ ਕੇਰੇ, ਆਖਣ ਲੱਗੇ ਇਹਨਾਂ ਦੇ ਮਨ ਦੇ ਵਿੱਚ ਧਰਮ ਜਿਹੜਾ ਹੈ ਨਾ ਬਹੁਤ ਪਿਆਰਾ ਹੈ। ਤਿਸ ਖੋਵਨ ਹਿਤ ਤਰਾਸ ਕਨੇਰੇ, ਧਰਮ ਨੂੰ ਖੋਵਨ ਦਾ, ਧਰਮ ਦੇ ਗਵਾਚਣ ਦਾ ਇਹਨਾਂ ਦੇ ਮਨ ਦੇ ਵਿੱਚ ਬਹੁਤ ਭਾਰੀ ਡਰ ਹੈ ਵੀ ਕਿਧਰੇ ਧਰਮ ਨਾ ਚਲਿਆ ਜਾਵੇ। ਕਰੂੰ ਆਜ ਬਿਦ ਸੁਤਾ ਸਗਾਈ, ਔਰ ਇਸ ਤਰ੍ਹਾਂ ਅੱਜ ਮੈਂ ਸਾਰੀਆਂ ਗੱਲਾਂ 2 ਲੱਖ ਵਾਲੀਆਂ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੋਰ ਗੱਲਾਂ ਲਿਖਵਾਉਣ ਵਾਲੀਆਂ, ਪੁੱਤਰੀ ਦੇ ਰਿਸ਼ਤੇ ਵਾਲੀਆਂ, ਇਹ ਸਾਰੀਆਂ ਗੱਲਾਂ ਮਨਵਾ ਲਵਾਂਗਾ। ਕਹਿ ਗੋ ਚਰਮ ਦਿਓ ਮੜਵਾਈ, ਜਾਂ ਫਿਰ ਗਊ ਦੇ ਚਮੜੇ ਦੇ ਵਿੱਚ ਇਹਨਾਂ ਦੇ ਸਰੀਰ ਨੂੰ ਮੜਵਾ ਦਿਆਂਗਾ। ਇਮ ਚਿਤਵਤ ਪਹੁੰਚਿਓ ਤਹਿ ਆਈ, ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਦਾ ਹੋਇਆ ਮਹਾਰਾਜ ਜੀ ਦੇ ਕੋਲ ਆਇਆ। ਬੈਠਿਓ ਦੁਸ਼ਟ ਕ੍ਰੋਧ ਉਪਜਾਈ, ਇਹ ਦੁਸ਼ਟ ਜਿਹੜਾ ਹੈ ਬੜੇ ਕ੍ਰੋਧ ਦੇ ਵਿੱਚ ਆ ਕੇ ਨਿਕਟ ਗੁਰੂ ਕੀ ਬਾਗ ਬਖਾਨਾ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਫਿਰ ਉਹੀ ਗੱਲ ਆਖਦਾ ਹੈ, ਅਬਲੋ ਨਾਤਾ ਲਿਓ ਮਨ ਮਾਨਾ, ਵੀ ਹੁਣ ਵੀ ਮੇਰੀਆਂ ਗੱਲਾਂ ਤੁਸੀਂ ਮੰਨ ਲਓ ਜੀ। ਸਕਲ ਮੁਲਕ ਮਾਲਿਕ ਅਬਸ਼ਾਹੂ, ਜਿਹੜਾ ਸਾਰੇ ਮੁਲਕ ਦਾ ਮਾਲਕ ਹੈ ਜਹਾਂਗੀਰ, ਤਿਸ ਦੀਵਾਨ ਮੈਂ ਬੈਠਤ ਪਾਹੂ, ਮੈਂ ਉਸ ਦਾ ਦੀਵਾਨ ਹਾਂ ਜੀ। ਜਹ ਲਗ ਰਾਜ ਤੁਰਗ ਪਤ ਕੀਰਾ, ਜਿੱਥੋਂ ਤੱਕ ਕਹਿੰਦੇ ਜਹਾਂਗੀਰ ਦਾ ਰਾਜ ਹੈ, ਤਹ ਲਗ ਹੁਕਮ ਚਲਤ ਹੈ ਮੇਰਾ, ਉੱਥੋਂ ਤੱਕ ਮੇਰਾ ਵੀ ਹੁਕਮ ਚੱਲਦਾ ਹੈ। ਤਰਾਸ ਨ ਤਨਕ ਸੋ ਮਨ ਮਹਿ ਜਾਨਾ, ਮਨ ਦੇ ਵਿੱਚ ਰੰਚਕ ਮਾਤਰ ਵੀ ਤੁਸੀਂ ਮੇਰਾ ਕੋਈ ਡਰ ਨਹੀਂ ਮੰਨਿਆ ਹੈ। ਕਰਿਓ ਅਨਾਦਰ ਰੰਕ ਸਮਾਨਾ, ਮੈਨੂੰ ਤਾਂ ਤੁਸੀਂ ਇੱਕ ਰੰਕ ਦੀ ਤਰ੍ਹਾਂ, ਗਰੀਬ ਦੀ ਤਰ੍ਹਾਂ ਹੀ ਜਾਣਿਆ ਹੈ। ਸਧਾਰਨ ਬੰਦੇ ਦੀ ਫਿਤਰਤ ਹੁੰਦੀ ਹੈ, ਉਹਨੂੰ ਮਾੜੇ ਦੇ ਉੱਪਰ ਬੜਾ ਗੁੱਸਾ ਆਉਂਦਾ ਹੈ, ਤਗੜੇ ਦੇ ਅੱਗੇ ਆਪਣਾ ਰੁਖ ਬਦਲ ਲੈਂਦਾ ਹੈ। ਸਤਿਪੁਰਸ਼ ਇੱਕ ਤਰ੍ਹਾਂ ਦੇ ਰਹਿੰਦੇ ਹਨ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਉਹਨਾਂ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ। ਕੋਈ ਮਾੜਾ ਹੈ, ਕੋਈ ਚੰਗਾ ਹੈ, ਉਹ ਇੱਕ ਤਰ੍ਹਾਂ ਦੇ ਨਾਲ ਹੀ ਰਹਿੰਦੇ ਹਨ। ਆਖਣ ਲੱਗੇ, ਇਹ ਚੰਦੂ ਆਖਦਾ ਹੈ ਵੀ ਤੁਸੀਂ ਤਾਂ ਮੈਨੂੰ ਬੜਾ ਗਰੀਬ ਜਿਹਾ ਹੀ ਜਾਣਿਆ,
ਮੇਰਾ ਕੋਈ ਡਰ ਭੈ ਜਿਹੜਾ ਹੈ ਨਾ ਉਹ ਮੰਨਿਆ ਨਹੀਂ ਹੈ। ਪਾਵਨ ਗੁਰਬਾਣੀ ਦੇ ਬਚਨ ਹਨ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਇਹ ਝੂਠੇ ਦਿਖਾਵੇ ਕਰਦੇ ਹਨ, ਸਦਾ ਵਾਸਤੇ ਰਾਜ ਕਾਇਮ ਨਹੀਂ ਰਹਿੰਦਾ ਹੈ। ਇੱਕੋ ਇੱਕ ਰਾਜ ਹੈ ਸਤਿਗੁਰਾਂ ਦਾ ਰਾਜ, ਅੱਜ ਵੀ ਚਵਰ ਝੁੱਲ ਰਹੇ ਹਨ, ਤਖਤਾਂ ਤੇ ਮਹਾਰਾਜ ਬਿਰਾਜਮਾਨ ਹਨ, ਛਤਰ ਝੁੱਲ ਰਹੇ ਹਨ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛੱਤ। ਇਹ ਚਵਰ ਵੀ ਨਿਹਚਲ ਹਨ, ਛਤਰ ਵੀ ਨਿਹਚਲ ਹਨ, ਮਹਾਰਾਜ ਜੀ ਦੇ ਤਖਤ ਵੀ ਨਿਹਚਲ ਹਨ, ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਨਿਹਚਲ ਹਨ। ਨਾ ਦੁਨੀਆ ਦੇ ਤਖਤ ਰਹੇ, ਨਾ ਦੁਨੀਆ ਦੇ ਤਖਤਾਂ 'ਤੇ ਬੈਠਣ ਵਾਲੇ ਰਹਿੰਦੇ ਹਨ, ਇੱਕ ਨਾ ਇੱਕ ਦਿਨ ਨੇਸ ਤੋਂ ਨਾਬੂਦ ਹੋ ਜਾਂਦੇ ਹਨ। ਇਹ ਆਖਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰਾ ਕੋਈ ਡਰ ਭੈ ਨਹੀਂ ਮੰਨਿਆ, ਸੋ ਫਲ ਅਬ ਲੇਵੋ ਦੁਖ ਕਨੇ, ਇਹ ਹੁਣ ਤੁਸੀਂ ਫਲ ਜਿਹੜਾ ਹੈ ਉਹ ਪ੍ਰਾਪਤ ਕਰੋ। ਬਿਨਾ ਧਰਮ ਕਰ ਅਬ ਦਿਓ ਹਨੇ, ਮੈਂ ਤੁਹਾਨੂੰ ਬਿਨਾਂ ਧਰਮ ਤੋਂ ਕਰ ਦਿਆਂਗਾ, ਤੁਹਾਡਾ ਧਰਮ ਜਿਹੜਾ ਹੈ ਉਹ ਭ੍ਰਿਸ਼ਟ ਕਰ ਦਿਆਂਗਾ। ਇਸ ਤਰ੍ਹਾਂ ਦੀਆਂ ਵਿਚਾਰਾਂ ਇਹਦੇ ਮਨ ਦੇ ਵਿੱਚ ਬਣਦੀਆਂ ਹਨ ਵੀ ਸ਼ਾਇਦ ਗਊ ਦੇ ਚੰਮ ਦੇ ਵਿੱਚ ਮੜਨ ਦੇ ਡਰਨ ਤੋਂ ਸਤਿਗੁਰੂ ਪਾਤਸ਼ਾਹ ਜੀ ਮੇਰੀਆਂ ਗੱਲਾਂ ਜਿਹੜੀਆਂ ਹਨ ਉਹ ਮੰਨ ਲੈਣਗੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਕਿਵੇਂ ਕੌਤਕ ਵਰਤਾਉਂਦੇ ਹਨ। ਰਾਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨ ਵਿਸਰੈ ਬਾਵੀਹੇ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਸਾਰੇ ਆਖੋ ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਨੀ, ਗੁਰ ਅਰਜਨ ਵਿਟੋਂ ਕੁਰਬਾਨੀ। ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ, ਮੀਨ ਕੁਲੀਨ ਹੇਤ ਨਿਰਬਾਣੀ, ਮੀਨ ਕੁਲੀਨ ਹੇਤ ਨਿਰਬਾਨੀ, ਮੀਨ ਕੁਲੀਨ ਹੇਤ ਨਿਰਬਾਨੀ, ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਨੀ, ਗੁਰ ਅਰਜਨ ਵਿਟੋਂ ਕੁਰਬਾਨੀ। ਆਓ ਸਾਧ ਸੰਗਤ ਜੀ ਬਾਕੀ ਦੇ ਪ੍ਰਸੰਗ ਆਪ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਤਿਕਾਰਯੋਗ ਸਿੰਘ ਸਾਹਿਬਾਨਾਂ ਜੀ ਦੇ ਪਾਸੋਂ ਸਰਵਣ ਕਰਨੇ। ਅਖੀਰਲੀਆਂ ਪੰਕਤੀਆਂ ਜੋ ਹਨ ਆਪਾਂ ਸਰਵਣ ਕਰੀਏ ਜੀ। ਤਰਾਸ ਨਾ ਤਨਕ ਸੋ ਮਨ ਮਹਿ ਜਾਨਾ, ਕਰਿਓ ਅਨਾਦਰ ਰੰਕ ਸਮਾਨਾ, ਸੋ ਫਲ ਅਬ ਲੇਵੋ ਦੁਖ ਕਨੇ, ਬਿਨਾ ਧਰਮ ਕਰ ਅਬ ਦਿਓ ਹਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।